ਤੁਮਰੀ ਮਹਿਮਾ ਵਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਭੁਜ ਬਲਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਓ ਅੰਗੁਰੀਆ। ਸ਼ਰਵਨ ਨ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟਤ ਪਿੰਗੁਰੀਆ। ਦੀਨਾ ਨਾਥ ਅਨਾਥ ਕਰੁਣਾ ਮੈਂ, ਸਾਜਨ ਮੀਤ ਪਿਤਾ ਮਹਿਤਰੀਆ। ਚਰਨ ਕਵਲ ਹਿਰਦੈ ਕਹਿ ਨਾਨਕ, ਪੈ ਸਾਗਰ ਸੰਤ ਪਾਰ ਉਤਰੀਆ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਔਧ ਘਟੈ ਦਿਨਸ ਰਹਿ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਔਧ ਘਟੈ ਦਿਨਸ ਰਹਿ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਰਹਾਉ ਕਰਉ ਬੇਨੰਤੀ, ਸੁਨਹੁ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾ ਖਾਟ ਚੱਲਹੁ ਹਰ ਲਾਹਾ, ਆਗੈ ਬਸਨ ਸੁਹੇਲਾ। ਇਹੋ ਸੰਸਾਰ ਬੇਕਾਰ ਸਹਸੇ ਮਹਿ, ਤਰਿਓ ਬ੍ਰਹਮ ਗਿਆਨੀ। ਜਿਸੇ ਜਗਾਏ ਪੀਆਏ ਹਰ ਰਸ, ਅਕਥ ਕਥਾ ਤਿਨ ਜਾਨੀ। ਜਾ ਕਉ ਆਏ ਸੋਈ ਵਿਹਾਜਹੁ, ਹਰਿ ਗੁਰ ਤੇ ਮਨਹਿ ਬਸੇਰਾ। ਨਿਜ ਘਰ ਮਹਿਲ ਪਾਵਹੁ ਸੁਖ ਸਹਜੇ, ਬਹੁਰ ਨਾ ਹੋਏਗੋ ਫੇਰਾ। ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹੀ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ। ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹੀ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਦੀਨ ਦੁਨੀਆ ਦੇ ਮਾਲਕ, ਹਲਤ ਪਲਤ ਕੇ ਰਾਖੇ। ਰਾਜਾਨ ਰਾਜ ਭਾਨਾਨ ਪਹਾਨ, ਦੇਵਾਨ ਦੇਵ ਉਪਮਾ ਮਹਾਨ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਾਰਾਨੰ। ਸ਼ਬਦਾ ਅਵਤਾਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਵਡਭਾਗੇ ਹਾਂ ਜਿੱਥੇ ਹਰ ਹਫ਼ਤੇ ਦੀ ਤਰ੍ਹਾਂ ਗੁਰੂ ਕੇ ਪਾਵਨ ਹਜ਼ੂਰ ਸਜੇ ਹੋਏ ਸੁੰਦਰ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਉਥੇ ਨਾਲ ਹੀ ਜੋ ਵਿਸ਼ੇਸ਼ ਕਰਕੇ ਨਾਨਕਸਾਈ ਸੰਮਤ 555ਵੇਂ ਵਰ੍ਹੇ ਦੀ ਸਮਾਪਤੀ ਅਤੇ ਨਾਨਕਸਾਈ ਸੰਮਤ ਸਾਲ 556ਵੇਂ ਵਰ੍ਹੇ ਦੀ ਪ੍ਰਾਰੰਭਤਾ ਹੋਈ ਹੈ। ਇਸ ਨਵੇਂ ਸਾਲ ਦੇ ਆਮਦ ਦੀਆਂ ਖੁਸ਼ੀਆਂ ਵਿੱਚ ਸਮੂਹ ਸੰਗਤਾਂ ਪੰਥ ਖਾਲਸੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਦਿਆਂ ਹੋਇਆਂ ਅਤੇ ਦਿੱਲੀ ਫਤਿਹ ਦਿਵਸ ਦੇ ਉਸ ਮਹਾਨ
ਕੁਰਬਾਨੀ ਭਰੇ ਇਤਿਹਾਸ ਦੇ ਪੱਤਰਿਆਂ ਨੂੰ ਯਾਦ ਕਰਦਿਆਂ ਹੋਇਆਂ ਪਰਸੋਂ ਦੇ ਰੋਜ਼ ਤੋਂ ਆਰੰਭਿਤ ਹੋਏ ਇਹ ਗੁਰਮਤਿ ਸਮਾਗਮਾਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਅੰਮ੍ਰਿਤ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ। ਭੋਗ ਤੋਂ ਉਪਰੰਤ ਗੁਰੂ ਕੀ ਪਵਿੱਤਰ ਪਾਵਨ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜੰਗਬੀਰ ਸਿੰਘ ਜੀ ਹੋਣੀ ਵਿਸ਼ੇਸ਼ ਕਰਕੇ ਜੋ ਅੱਜ ਦੇ ਦੀਵਾਨ ਵਿੱਚ ਆਪ ਜੀਆਂ ਦੇ ਸਨਮੁਖ ਗੁਰਮਤਿ ਵਿਚਾਰਾਂ ਦੀ ਸਾਂਝ ਪ੍ਰਾਪਤ ਕਰ ਰਹੇ ਸਨ, ਆਪ ਜੀ ਨਾਲ ਸਾਂਝ ਬਣਾ ਰਹੇ ਸਨ, ਜਿਸ ਵਿੱਚ ਨਾਨਕਸਾਈ ਸੰਮਤ ਦੇ ਇਸ ਨਵੇਂ ਵਰ੍ਹੇ ਦੀ ਆਰੰਭਤਾ, ਚੇਤ ਦੇ ਮਹੀਨੇ ਦੀ ਪ੍ਰਾਰੰਭਤਾ ਵਾਸਤੇ ਸੋ ਟੂਕ ਮਾਤਰ ਤੇ ਗੁਰਮਤਿ ਦੀ ਸਿੱਖਿਆ, ਗੁਰਮਤਿ ਦਾ ਉਪਦੇਸ਼ ਉਹਨਾਂ ਨੇ ਦ੍ਰਿੜ ਕਰਵਾਇਆ। ਉਪਰੰਤ ਜੋ ਦਿੱਲੀ ਫਤਿਹ ਦਿਵਸ ਦਾ ਇਤਿਹਾਸਕ ਪੰਨਾ ਹੈ, ਉਹਦੇ ਪ੍ਰਤੀ ਵੀ ਆਪ ਜੀ ਨਾਲ ਕੁਝ ਬੋਲਾਂ ਦੀ ਸਾਂਝ ਪਾਈ ਹੈ। ਸੋ 11 ਮਾਰਚ 1783 ਨੂੰ ਇਹ ਦਿੱਲੀ ਦੇ ਲਾਲ ਕਿਲ੍ਹੇ ਉੱਪਰ ਜਥੇਦਾਰ ਬਾਬਾ ਬਘੇਲ ਸਿੰਘ ਜੀਆਂ ਹੋਣਾ ਨੇ ਖਾਲਸਾਈ ਨਿਸ਼ਾਨ ਸਾਹਿਬ ਚਲਾ ਕਰਕੇ ਇਸ ਪ੍ਰਕਾਰ ਦਿੱਲੀ ਫਤਿਹ ਕੀਤੀ ਸੀ। ਉਹਦੇ ਤੋਂ ਪਹਿਲੋਂ ਇਰਦ ਗਿਰਦ ਕੁਝ ਹੋਰ ਛੋਟੀਆਂ ਛੋਟੀਆਂ ਰਿਆਸਤਾਂ ਕਹਿ ਲਈਏ, ਇਲਾਕੇ ਕਹਿ ਲਏ, ਜਿਵੇਂ ਗਾਜ਼ੀਆਬਾਦ ਆਦਿਕ, ਪਹਾੜਗੰਜ ਆਦਿਕ, ਸੋ ਇਸੇ ਤਰੀਕੇ ਦੇ ਨਾਲ ਹੋਰ ਨਿੱਕੇ ਨਿੱਕੇ ਇਹੋ ਜਿਹੀਆਂ ਘਟਨਾਵਾਂ ਦੇ ਨਾਲ ਉਹਨਾਂ ਉੱਤੇ ਕਬਜ਼ਾ ਕਰਕੇ ਫਿਰ ਇਸ ਦਿਨ ਤੇ ਆ ਕਰਕੇ ਸੋ ਲਾਲ ਕਿਲ੍ਹੇ ਉੱਪਰ ਫਤਿਹ ਜਾਬੀ ਪ੍ਰਾਪਤ ਕਰਕੇ ਉੱਥੇ ਕੇਸਰੀ ਨਿਸ਼ਾਨ ਸਾਹਿਬ ਚਲਾਏ ਸਨ। ਇਸ ਦਿਨ ਨੂੰ ਸਮਰਪਿਤ ਹੁੰਦਿਆਂ ਉਹਨਾਂ ਆਪਣੇ ਵੱਡ ਵਡੇਰਿਆਂ, ਉਹਨਾਂ ਪੁਰਖਿਆਂ ਦੇ ਇਹ ਮਹਾਨ ਕੀਤੇ ਹੋਏ ਕੁਰਬਾਨੀ ਦੇ ਇਤਿਹਾਸ ਦੇ ਪੰਨਿਆਂ ਨੂੰ ਸਾਂਝੇ ਕਰਨ ਵਾਸਤੇ ਇਹੋ ਜਿਹੇ ਇਤਿਹਾਸਕ ਦਿਹਾੜੇ ਆਪਾਂ ਮਨਾਉਂਦੇ ਹਾਂ, ਜਿੱਥੇ ਕਥਾ ਕੀਰਤਨ ਗੁਰਬਾਣੀ ਸ਼ਬਦ ਪੜ੍ਹ ਕਰਕੇ ਸੁਣ ਕਰਕੇ ਲਾਹੇ ਪ੍ਰਾਪਤ ਕੀਤੇ ਨੇ। ਸੋ ਆਓ ਹੁਣ ਬਾਕੀ ਕੁਝ ਸਮਾਂ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਅੰਮ੍ਰਿਤ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਉਸ ਲੜੀਵਾਰ ਕਥਾ ਜੋ ਅੱਜ ਵਾਲਾ ਪਵਿੱਤਰ ਸ਼ਬਦ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ 205 ਅੰਗ ਉੱਪਰ ਸੁਸ਼ੋਭਿਤ ਹੈ। ਹੁਣੇ ਹੀ ਮੂਲ ਰੂਪ ਵਿੱਚ ਪਾਠ ਆਪਾਂ ਸਰਵਣ ਕੀਤਾ ਹੈ। ਸਾਰਿਆਂ ਦਾ ਧਿਆਨ, ਜਿਹੜੇ ਨਿਤਨੇਮੀ ਗੁਰਸਿੱਖੋਂ ਉਹਨਾਂ ਦਾ ਤਾਂ ਧਿਆਨ ਇਹ ਸ਼ਬਦ ਨੂੰ ਪੜ੍ਹ ਕੇ ਸੁਣ ਕੇ ਜ਼ਰੂਰ ਗਿਆ ਹੋਵੇਗਾ ਕਿ ਇਹ ਸ਼ਬਦ ਸਾਡੇ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਹੈ। ਜੇ ਅਜੇ ਵੀ ਨਾ ਚੇਤਾ ਆਇਆ ਹੋਵੇ ਤੇ ਮੈਂ ਇਹ ਬੇਨਤੀ ਸਾਂਝੀ ਕਰਕੇ ਹੀ ਲੰਘਾਂਗਾ ਕਿ ਇਹ ਪਵਿੱਤਰ ਪਾਵਨ ਸ਼ਬਦ ਸਾਡੇ 5 ਬਾਣੀਆਂ, ਸਵੇਰ ਦਾ ਨਿਤਨੇਮ, ਸੰਧਿਆ ਵੇਲੇ ਰਹਿਰਾਸ ਸਾਹਿਬ ਜੀ ਦਾ ਨਿਤਨੇਮ ਅਤੇ ਰਾਤ ਨੂੰ ਆਸਣ ਤੇ ਬੈਠ ਕੇ ਜਦੋਂ ਸੋਹਿਲੇ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦਾ ਪਾਠ ਕਰਨਾ ਹੈ ਤੇ ਇਹ ਸ਼ਬਦ ਸੋਹਿਲੇ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਵੀ ਆਖਰੀ ਸ਼ਬਦ ਹੈ, 5ਵਾਂ ਸ਼ਬਦ ਹੈ। ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਹੋ, ਬਾਣੀ ਨੂੰ ਸਮਝਦੇ ਹੋ, ਬਾਣੀ ਬਾਰੇ ਥੋੜਾ ਬਹੁਤਾ ਜਾਣਕਾਰੀ ਰੱਖਦੇ ਹੋ, ਉਹਨਾਂ ਨੂੰ ਇਸ ਗੱਲ ਦਾ ਪਤਾ ਹੋਏਗਾ ਕਿ ਇਹ ਬਹੁਤਾਤ ਸ਼ਬਦ, ਜਿਵੇਂ ਰਹਿਰਾਸ ਸਾਹਿਬ ਦੇ ਸ਼ਬਦ ਆਏ ਕਾਹੇ ਰੇ ਮਨ ਚਿਤ ਵਹਿ ਉਤਮ, ਜਾਂ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ, ਜਾਂ ਆਖਾਂ ਜੀਵਾਂ ਵਿਸਰੈ ਮਰ ਜਾਓ, ਜਾਂ ਸੁਣ ਵੱਡਾ ਆਖਿਆ ਸਭ ਕੋਏ, ਇਹ ਸਾਰੇ ਸੋ ਪੁਰਖ ਵਾਲਾ ਸ਼ਬਦ, ਸੋਦਰ ਵਾਲਾ ਸ਼ਬਦ, ਇਹ ਸਾਰੇ ਦੇ ਸਾਰੇ ਸ਼ਬਦ ਲਗਭਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਵਾਰੀ ਆਏ ਨੇ। ਇੱਕ ਵਾਰ ਜਿਹੜੇ ਇਹ ਰਹਿਰਾਸ ਸਾਹਿਬ ਜੀ ਦੇ ਵਿੱਚ ਆਏ ਨੇ ਜਾਂ ਸੋਹਲੇ ਸਾਹਿਬ ਦੇ ਵਿੱਚ ਆਏ ਨੇ, ਤੇ ਇੱਕ ਵਾਰ ਇਹ ਸਾਰੇ ਦੇ ਸਾਰੇ ਸ਼ਬਦ ਆਪਣੇ ਆਪਣੇ ਰਾਗ ਵਿੱਚ ਆਏ ਨੇ। ਜੇ ਗੂਜਰੀ ਰਾਗ ਦਾ ਹੈ, ਆਸਾ ਰਾਗ ਦਾ ਹੈ, ਗੌੜੀ ਰਾਗ ਦਾ ਸ਼ਬਦ ਹੈ, ਤੇ ਉਹ ਆਪਣੇ ਰਾਗ ਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੰਕਿਤ ਕੀਤੇ ਨੇ। ਧਿਆਨ ਕਰਨਾ ਇਸ ਗੱਲ ਬਾਰੇ ਜ਼ਰੂਰ, ਜਿਹੜੇ ਬਾਣੀ ਨੂੰ ਭਾਵਨਾ ਰੱਖਦੇ ਹੋ ਔਰ ਭਾਵਨਾ ਨਾਲ ਪੜ੍ਹਨਾ ਚਾਹੁੰਦੇ ਹੋ। ਸੋਦਰ ਦੀਆਂ ਪੌੜੀਆਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ 3 ਵਾਰ ਆਉਣੀਆਂ ਨੇ, ਇੱਕ ਜਪਜੀ ਸਾਹਿਬ ਦੇ ਵਿੱਚ, ਇੱਕ ਰਹਿਰਾਸ ਸਾਹਿਬ ਜੀ ਦੇ ਸ਼ਬਦ ਦੀ ਆਰੰਭਤਾ ਤੇ ਇੱਕ ਆਸਾ ਰਾਗ ਦੀ ਆਰੰਭਤਾ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ। ਪਰ 3 ਵਾਰ ਹੀ ਗੁਰੂ ਕੇ ਇਸ ਪਾਵਨ ਸੋਦਰ ਦੀ ਪੌੜੀ ਦੇ ਜਿਹੜੇ ਅੱਖਰਾਂ ਦਾ ਭੇਦ ਆ, ਉਹ 3 ਸ਼ਬਦਾਂ ਦੇ ਵਿੱਚ ਹੀ ਥੋੜਾ ਥੋੜਾ ਕੁਝ ਨਾ ਕੁਝ ਅੱਖਰਾਂ ਦਾ ਭੇਦ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਕ ਲਿਖਿਆ ਹੈ। ਗੂਜਰੀ ਰਾਗ ਦੇ ਸ਼ਬਦ ਜੋ ਰਹਿਰਾਸ ਵਿੱਚ ਆਉਣਗੇ, ਉਹਦੇ ਨਾਲੋਂ ਜਿਹੜੇ ਗੂਜਰੀ ਰਾਗ ਵਿੱਚ ਜਾ ਕੇ ਮਹਾਰਾਜ ਨੇ ਲਿਖੇ ਨੇ, ਉਹਨਾਂ 'ਚ ਥੋੜਾ ਜਿਹਾ ਪਾਠ ਅੰਤਰ ਹੈ। ਸੋ ਪੁਰਖ ਦੀ ਪੌੜੀ ਜਦੋਂ ਆਏਗੀ, 2 ਵਾਰ ਆਏਗੀ, ਤੇ 2 ਵਾਰ ਹੀ ਇਹ ਸੋ ਪੁਰਖ ਦੀ ਪੌੜੀ ਵਿੱਚ ਵੀ ਕੁਝ ਅੱਖਰਾਂ ਦਾ ਪਾਠ ਅੰਤਰ ਭੇਦ ਹੈ। ਸੋਹਿਲੇ ਸਾਹਿਬ ਜੀ ਦੀ ਇਸ ਪਵਿੱਤਰ ਬਾਣੀ ਦਾ ਪਾਠ ਆਇਆ ਹੈ, ਉਹਦੇ ਵਿੱਚ ਵੀ ਇਹਨਾਂ ਸ਼ਬਦਾਂ ਦਾ ਪਾਠ ਅੰਤਰ ਭੇਦ ਹੈ। ਅੱਜ ਵਾਲਾ ਸ਼ਬਦ ਜਦੋਂ ਆਪਾਂ ਪੜ੍ਹਿਆ ਸੁਣਿਆ ਹੈ, ਜਿਨ੍ਹਾਂ ਨੂੰ ਸੋਹਿਲੇ ਸਾਹਿਬ ਜੀ ਦੀ ਬਾਣੀ ਜ਼ੁਬਾਨੀ ਯਾਦ ਕੰਠ ਹੋਵੇ, ਉੱਥੇ ਇਹ ਜ਼ਿਕਰ ਆਉਂਦਾ ਹੈ ਵੀ
ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਉੱਥੇ ਇਹਨਾਂ ਪੰਕਤੀਆਂ ਤੋਂ ਆਰੰਭ ਹੁੰਦਾ ਹੈ ਸ਼ਬਦ। ਰਹਾਉ ਦਾ ਪਦ ਇਹ ਪਹਿਲੀ ਪੌੜੀ ਤੋਂ ਬਾਅਦ ਵਿੱਚ ਆਉਂਦਾ ਹੈ, ਲੇਕਿਨ ਇੱਥੇ ਗੌੜੀ ਰਾਗ ਅੰਦਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਅੰਕਿਤ ਕੀਤਾ ਹੈ ਤੇ ਰਹਾਉ ਦਾ ਪਦ ਜਿਹਨੂੰ ਆਪਾਂ ਹੁਣੇ ਪੜਿਆ ਵੀ ਔਦ ਘਟਿਆ ਦਿਨ ਸਰੈ ਨਾਰੇ, ਇਹ ਬਿਲਕੁਲ ਸ਼ੁਰੂ ਵਿੱਚ ਲਿਖਿਆ ਗਿਆ। ਫਿਰ ਇਹਦੇ ਚ ਕੁਝ ਪਾਠ ਅੰਤਰ ਹੋਰ ਹੈ, ਜਿੱਥੇ ਰੈ ਨਾਰੇ ਨੰਨੇ ਨਾਲ ਹੈ, ਸੋਹਿਲੇ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਇਹ ਨਾਣੇ ਨਾਲ ਹੈ। ਇਸੇ ਤਰੀਕੇ ਦੇ ਨਾਲ ਅੱਗੇ ਜਾ ਕਰਕੇ ਆਉਂਦਾ ਜਿਸੇ ਜਗਾਏ ਪਿਆਏ, ਉੱਥੇ ਹੈ ਜਿਸੇ ਜਗਾਏ ਪਿਆਵੈ ਇਹੋ ਰਸ, ਇੱਥੇ ਹੈਗਾ ਜਿਸੇ ਜਗਾਏ ਪਿਆਏ ਹਰ ਰਸ। ਇਸੇ ਤਰੀਕੇ ਦੇ ਨਾਲ ਨਾਨਕ ਦਾਸ ਸੋਹਿਲੇ ਸਾਹਿਬ ਵਿੱਚ ਹੈਗਾ ਇਹ ਸੁਖ ਮੰਗੈ, ਇੱਥੇ ਹੈਗਾ ਇਹੀ ਸੁਖ ਮੰਗੈ। ਇਤਿਹਾਦਿਕ ਦਾ ਕੁਝ ਕੁ ਪਾਠ ਅੰਤਰ ਭੇਦ ਹੈ। ਵਿਸ਼ੇਸ਼ ਕਰਕੇ ਇਸ ਗੱਲ ਬਾਰੇ ਦੋ ਅੱਖਰ ਮੈਂ ਤਾਂ ਕਹਿਣ ਦਾ ਯਤਨ ਕੀਤਾ ਵੀ ਜਦੋਂ ਵੀ ਗੁਰਬਾਣੀ ਦਾ ਪਾਠ ਕਰਨਾ ਹੈ ਅੱਖਾਂ ਮੀਟ ਕੇ ਨਹੀਂ ਕਰ ਦੇਣਾ ਵੀ ਆਹ ਪਾਠ ਆ ਗਿਆ ਤੇ ਸੋਲੇ ਵਾਲਾ ਹੀ ਆ, ਸਾਨੂੰ ਯਾਦ ਹੈ, ਅੱਖਾਂ ਮੀਟੀਆਂ ਤੇ ਪੜ ਗਏ। ਨਹੀਂ, ਜਿਹੜੇ ਜਿਹੜੇ ਅੱਖਰਾਂ ਦਾ ਫਰਕ ਹੈ, ਜਿਹੜੇ ਜਿਹੜੇ ਅੱਖਰਾਂ ਦਾ ਪਾਠ ਅੰਤਰ ਭੇਦ ਹੈ, ਉਹਨਾਂ ਅੱਖਰਾਂ ਨੂੰ ਵੇਖ ਕੇ ਧਿਆਨ ਨਾਲ, ਜਿਵੇਂ ਅੱਗੇ ਕਹਿ ਲਈਏ ਇੱਕ ਬਚਨ ਆ ਰਿਹਾ ਨਾਨਕ ਅੱਖਰ, ਇਥੋਂ ਤੱਕ ਦਾ ਧਿਆਨ ਦੇਣਾ ਹੈ ਕਿ ਸੋਹਿਲੇ ਸਾਹਿਬ ਦੇ ਨਾਨਕ ਅੱਖਰ ਕੱਕੇ ਨੂੰ ਔਂਕੜ ਨਹੀਂ ਹੈ, ਪਰ ਗੌੜੀ ਰਾਗ ਦੇ ਇਸ ਸ਼ਬਦ ਦੇ ਨਾਨਕ ਅੱਖਰ ਕੱਕੇ ਨੂੰ ਔਂਕੜ ਪਾ ਕੇ ਲਿਖਿਆ ਹੋਇਆ ਹੈ। ਇਹ ਸਾਰੀ ਲਗ ਮਾਤਰ ਤੇ ਅੱਖਰ ਦਾ ਧਿਆਨ ਰੱਖਣਾ ਹੈ ਜਿਸ ਵੇਲੇ ਪਾਠ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਹਿਤੋਮਈ ਉਪਦੇਸ਼ ਮਹਾਂਪੁਰਸ਼ਾਂ ਨੇ ਲਿਖਿਆ ਹੈ। ਇਹਦੇ ਵਿੱਚ ਹੁਣ ਕੁਝ ਚੀਜ਼ਾਂ ਐਸੀਆਂ ਦਿਖਾਈਆਂ ਨੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਜਦੋਂ ਉਹਨਾਂ ਨੂੰ ਪੜਾਂਗੇ ਜਾਂ ਉਹਨਾਂ ਦੀ ਅਰਥ ਵਿਆਖਿਆ ਸੁਣਾਂਗੇ ਤੇ ਸਾਡੇ ਆਮ ਤੌਰ ਤੇ ਮਨ ਵਿੱਚ ਆਏਗਾ, ਨਹੀਂ ਤੇ ਡਰਾਉਂਦੇ ਨੇ, ਇਹ ਤੇ ਡਰਾ ਕੇ ਸਾਨੂੰ ਪ੍ਰਮਾਤਮਾ ਦੇ ਨਾਮ ਵਿੱਚ ਲਾਉਂਦੇ ਨੇ। ਪਰ ਇਸ ਸ਼ਬਦ ਦੀ ਵਿਆਖਿਆ ਤੋਂ ਪਹਿਲੋਂ ਅੱਖਰ ਹੈ ਵੀ ਨਹੀਂ, ਹਿਤੋਮਈ ਉਪਦੇਸ਼ ਹੈ। ਹਿਤੋਮਈ ਭਾਵ ਕਿ ਪ੍ਰੇਮ ਪੈਦਾ ਕਰਨ ਵਾਸਤੇ, ਤੁਹਾਡੇ ਅੰਦਰ ਵਾਹਿਗੁਰੂ ਦੇ ਪ੍ਰਤੀ ਪ੍ਰੇਮ ਬਣ ਜਾਏ, ਇਸ ਪ੍ਰੇਮ ਨੂੰ ਪੈਦਾ ਕਰਨ ਵਾਸਤੇ ਬੜੇ ਪਿਆਰ ਦਾ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰ ਰਹੇ ਨੇ। ਇਸ ਅੰਮ੍ਰਿਤ ਰੂਪ ਉਪਦੇਸ਼ ਵਿੱਚ ਬੜੇ ਪ੍ਰੇਮ ਦਾ ਉਪਦੇਸ਼ ਹੈ। ਪ੍ਰੇਮ ਦੇ ਨਾਈ ਸਾਡੇ ਮਨ ਨੂੰ ਇਹ ਸਮਝਾਉਣਾ ਚਾਹੁੰਦੇ ਨੇ ਕਿ ਇਹ ਬੰਦੇ ਤੇਰੇ ਇਸ ਜੀਵਨ ਦੀ ਅਸਲੀਅਤ ਕੀ ਹੈ, ਹਕੀਕਤ ਕੀ ਹੈ, ਜਿਹਨੂੰ ਆਪਾਂ ਕਹੀਏ ਜੋ ਕੁਝ ਅਸੀਂ ਮੰਨ ਕੇ ਬੈਠੇ ਆ ਇਹ ਹਕੀਕਤ ਨਹੀਂ ਹੈ। ਜੋ ਹਕੀਕਤ ਹੈ ਉਹਨੂੰ ਜਾਣ ਲੈ, ਉਹਨੂੰ ਸਮਝ ਲੈ। ਮੈਂ ਜਿਵੇਂ ਪਹਿਲੋਂ ਬੇਨਤੀ ਕਰ ਲਈਏ ਵੀ ਜਿਹੜੇ ਮਨੁੱਖ ਨੂੰ ਗੁਰੂ ਦੇ ਉਪਦੇਸ਼ ਦੀ ਇਹ ਗੱਲ ਦੀ ਸਮਝ ਆ ਗਈ ਵੀ ਜੇ ਜੀਵਨ ਵਿੱਚ ਆਨੰਦ ਲੈਣਾ, ਜੇ ਜੀਵਨ ਵਿੱਚ ਸੁਖੀ ਹੋਣਾ, ਜੇ ਸਿੱਖ ਜੀਵਨ ਦੇ ਵਿੱਚ ਖੁਸ਼ ਰਹਿਣਾ ਤੇ ਚੇਤ ਗੋਬਿੰਦ ਆਰਾਧਿਐ ਕਰਨਾ ਪੈਣਾ, ਫੇਰ ਸੁੱਖ ਤੇ ਆਨੰਦ ਬਣਨਾ। ਜਿੰਨੀ ਦੇਰ ਤੱਕ ਇਸ ਚੇਤ ਗੋਬਿੰਦ ਆਰਾਧਿਐ ਵਾਲੀ ਗੱਲ ਗੁਰੂ ਦੀ ਸਿੱਖਿਆ ਨੂੰ ਭੁਲਾ ਕੇ ਬੈਠੇ ਆ, ਸੱਚ ਜਾਣਿਓ ਗੁਰੂ ਕੀ ਸਾਧ ਸੰਗਤ ਜੀ ਕਦੇ ਵੀ ਜੀਵਨ ਵਿੱਚ ਆਨੰਦ ਨਹੀਂ ਆ ਸਕਦਾ, ਕਦੇ ਵੀ ਜੀਵਨ ਵਿੱਚ ਸੁੱਖ ਨਹੀਂ ਆ ਸਕਦਾ। ਭਟਕਣਾ ਤੇ ਬਣੀ ਹੋਈ ਹੈ। ਹਾਏ ਉਹ ਮੇਰੇ ਤੋਂ ਅੱਗੇ ਲੰਘ ਗਿਆ, ਹਾਓ ਮੇਰੇ ਤੋਂ ਪਿੱਛੇ ਲੰਘ ਗਿਆ, ਕਦੇ ਕਿਸੇ ਦੀ ਲੱਤ ਖਿੱਚ ਲਈ, ਕਦੇ ਕਿਸੇ ਦੇ ਕਾਰਜਾਂ ਚੜਚਣਾ ਪਾ ਲਈਆਂ। ਬਹੁਤ ਕੁਝ ਸਾਡੇ ਜੀਵਨ ਦੇ ਵਿੱਚ ਤਰਥੱਲੀ ਮਚੀ ਹੋਈ ਹੈ। ਇਹਨੂੰ ਅੱਗੇ ਜਾ ਕਰਕੇ ਭਟਕਣਾ ਕਹਿੰਦੇ ਆ, ਭਰਮਣਾ ਕਹਿੰਦੇ ਆ। ਜਿੰਨੀ ਦੇਰ ਤੱਕ ਉਸ ਗੋਬਿੰਦ ਮਾਲਕ ਪ੍ਰਮਾਤਮਾ ਦੇ ਨਾਮ ਦੀ ਸਿਮਰਨ ਦੀ ਭਗਤੀ ਦੀ ਆਰਾਧਨਾ ਨਹੀਂ ਨਾ ਹੁੰਦੀ, ਉਨੀ ਦੇਰ ਤੱਕ ਇਹ ਜੀਵਨ ਦੇ ਵਿੱਚ ਸਕੂਨ ਨਹੀਂ ਜੇ ਮਿਲਣਾ, ਸ਼ਾਂਤੀ ਨਹੀਂ ਜੇ ਮਿਲਣੀ। ਭਟਕਣਾ ਹੀ ਭਟਕਣਾ ਵਧੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸੇ ਵਿਸ਼ੇ ਨੂੰ ਅੱਜ ਵਾਲੇ ਇਸ ਪਵਿੱਤਰ ਸ਼ਬਦ ਦੁਆਰਾ ਵੀ ਕਿਰਪਾ ਕਰ ਰਹੇ ਨੇ। ਗੌੜੀ ਮਹੱਲਾ ਪੰਜਵਾ, ਗੌੜੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਪਵਿੱਤਰ ਸ਼ਬਦ ਨੂੰ ਜਿਹੜਾ ਹੈ ਸੋਹਿਲੇ ਸਾਹਿਬ ਵਾਲਾ, ਪਰ ਥੋੜਾ ਜਿਹਾ ਪਾਠ ਅੰਤਰ ਭੇਦ ਨਾਲ ਇੱਥੇ ਅੰਕਿਤ ਕਰਕੇ ਸਾਨੂੰ ਸਮਝਾ ਰਹੇ ਨੇ। ਜਿਵੇਂ ਕਿ ਆਰੰਭਤਾ ਵਿੱਚ ਰਹਾਉ ਦਾ ਪਦ ਆ ਰਿਹਾ ਹੈ, ਮਹਾਰਾਜ ਕਹਿੰਦੇ ਔਦ ਘਟੈ ਦਿਨਸ ਰੈ ਨਾਰੇ। ਇੱਥੇ ਦਿਨਸ ਨੂੰ ਵੀ ਨੰਨਾ ਹੈ, ਰੈ ਨਾਰੇ ਨੂੰ ਵੀ ਨੰਨਾ ਹੈ। ਸੋ ਪਾਠ ਦੇ ਉਚਾਰਨ ਵਾਸਤੇ ਇਹਨਾਂ ਅੱਖਰਾਂ ਦਾ ਬਹੁਤ ਧਿਆਨ ਕਰਨਾ। ਔਦ ਦਾ ਅਰਥ ਹੈ ਸਾਧ ਸੰਗਤ ਜੀ ਸਾਡੀ ਆਰਜੂ, ਆਪਾਂ ਉਮਰ ਕਹਿ ਲਈਏ ਸੌਖਾ ਸਮਝਣ ਵਾਸਤੇ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੋਵੇਂ ਅੱਖਰ ਬੋਲ ਕੇ ਕਹਿਣ ਲੱਗੇ ਦਿਨਸ ਰੈ ਨਾਰੇ। ਦਿਨ ਵੀ ਤੇ ਰੈ ਨਾਰੇ ਮੀਨ ਰਾਤ ਵੀ, ਭਾਵ ਕਿ ਰਾਤ ਆ ਗਿਆ, ਰਾਤ ਲੰਘ ਗਈ, ਦਿਨ ਚੜ ਗਿਆ, ਦਿਨ ਲੰਘ ਗਿਆ, ਰਾਤ ਚੜ ਗਈ। ਮਹਾਰਾਜ ਕਹਿੰਦੇ ਦਿਨ ਤੇ ਰਾਤ ਬੀਤਦਿਆਂ
एक एक दिन करके, एक एक रात करके ये तेरे जीवन की उम्र जिहड़ी आ ना, घटा दा अखर आपां समझ ही गए होवांगे भी घटा दा अर्थ आ घटदी जांदी है। आम तौर ते असीं खुशियां मनाउने आ भी साडे बच्चे वड्डे हो गए, इन्ने साल वड्डे होए दा इहदा जन्म दिन मनाया, पर बाणी ने इस कटाश नूं दूजे बन्ने सोच के उपदेश दिता भी जिन्नी आरजू लैके तू दुनिया ते आया सी, फर्ज कर लीए भी कोई 100 साल की आरजू लिखवा के आया है, ਉਹਦੇ 1 साल बीत जाण तो ਜਦੋਂ ਅਸੀਂ मनाई खुशी, ਕਿਹੜੇ ਗੱਲ ਦੀ खुशी मनाई? हाँ ये तो कह सकते हैं भी सच्चे पातशाह 1 साल पहला तेरी बेमुखता तो, तेरे धर्म के उल्ट चलण तो, तेरे धर्म तो दूर होने तो बच गया, 1 साल लंघ गया, खुशी आ। ते जे ये कहिए भी महाराज 1 साल वड्डा हो गया, महाराज दूसरे एंगल तो कहते हैं, महाराज कहते जे तेरी आरजू 100 साल की सी, 1 साल लंघ गया, तू अपने आप ही अकाउंट करके दस भी हुण बाकी किन्ने रह गए ने। कहण तो मुराद बाकी 99 रह गए ने, वधिया नहीं, जिन्ना लिखा के आया सी उस तो घटिया है। भगत साहबान भगत कबीर जी के बचन भी आप सुनते पढ़ते हाँ, जननी जानत सुत बड़ा होत है, इतना को ना जानना जे दिन दिन अवध घटत है, अदक अदक कर मोर लाठ धर, पेखत ही जम राव हसै। कहने लगे मां मेरे दिल का टुकड़ा, मेरिया सदरां का तारा, मेरा चन, मेरा प्यारा, अपने लाडले पुत नूं इवें संबोधन हो के कहंदी है। पर भगत कबीर जी कहन लगे जी मां जिवें तू अपने बच्चे वाल वेख वेख के खुशियां पई मनाउणी है ना, इसे तरह जमदूत ने भी मूँह वड्डिया होया तेरे पुत वाल नूं वेख करके, ते ओह भी इहो ही गल दी खुशी मना रहा है कि जिवें जिवें इस बच्चे का एक एक दिन लंघदा जांदा वा, ये बच्चा मेरे खाजे वाल नूं नेड़े आउंदा जांदा, भाव कि मेरी खुराक बन जाना, इन्हें नेड़ा समा नेड़े आउंदा जांदा। इस करके सतगुरु जी कहते हैं दिन करके रात करके, इनू होर अगे व्याख्या बाणी विचों लभणी होवे ते बड़े शब्द आउंदे ने, दिन ते पहर, पहर ते घरियां, आव घटै तन सीजै, काल अहेरी फिरै बदक ज्यों कहो कवन विद कीजै, सो दिन आवन लागा, मात पिता भाई सुत बनता, कहो कोऊ है काका। कहन लगे ਉਹ दिन तेरे नेड़े तुरिया आउंदा ਈ ਓ, जिदन तैनूं ਜਿਹੜਾ ਜਿਹਨੂੰ दुनिया ते मां कहना है, ਜਿਹਨੂੰ दुनिया ते प्यो कहना है, ਜਿਹਨੂੰ दुनिया ते भरा कहना है, ਜਿਹਨੂੰ दुनिया ते धी पुत कहना है, ਉਹ ਸਾਰੇ ਹੀ ਬਗਾਨੇ ਹੋ ਜਾਣੇ। ਉਹ दिन नेड़े तुरिया आउंदा, ਉਹ दिन लागे आउंदा ਜਾਂਦਾ है। इस करके बड़े बचन बाणी विचों इस विषय ते आउणगे खैरो विचार। महाराज कहंदे रात दिन दी संग्या करके, ਜਾਂ फिर अगे पैर आ गए, घरियां आ गईयां, पल आ गए, मुहूर्त आ गए, विसवा आ गया, चसा आ गया, इत्यादि। जिवें तुसीं कह लो भी पैर है सारा दिन रात, दिन दे विच 3 पैर 4 पैर है, रात दे विच 4 पैर आ। आपां दूजे बने आ जाइए तुहाडीਆਂ घड़ियां दे हिसाब नाल भी घंटे आ, घंटे दे विच 7 सैकंड आ, 60 मिनट आ, 1 मिनट दे विच 60 सैकंड आ, इत्यादि को सैकंडां दे नाल संग्या घटदी जांदी। इस रूप दे विच महाराज कहंदे रात करके, दिन करके, पल करके, घड़ी करके, मिनट करके, सैकंड करके, जिन्ने जिन्ने ये समा बीतदा जांदा है, ये औध घटा है। जिहड़ी परमेश्वर वालों उम्र लैके आरजू लैके आया सी, उम्र घटदी जांदी है, घटदी जांदी है। ते महाराज सच्चे पातशाह फिर करना की चाहिए? ते महाराज कहंदे मन गुर मिल काज सवारे। ओ भलिया मेरिया मना, अपने मन नूं आपां सारे संबोधन होके कहियो मेरिया मना किहड़े जंजाल विच पिया होया, किहड़ी दुनियादारी दी बल्ले बल्ले विच पिया होया, किहड़ी दुनियादारी दी मैं मेरी विच पै के लाला लाला पिया करदा। जे इस मनुख जिंदगी दा असली कारज सवारना है, असली कारज किहड़ा है? आपां रोज पढ़दे हां भी भई प्राप्त मानुख दे हुरिया, गोबिंद मिलन की एह तेरी बरिया। मुक्ति दा कारज, नाम दा कारज, नाम सहित ज्ञान का कारज, सो इस तरीके दे नाल आनंदमई जिंदगी प्राप्त होवे ये कारज। सो इस तरीके दे नाल बहुत महापुरुषों ने अखर वरते ने इस विषय ते भी इस मनुख जिंदगी की प्राप्ति करके जे मुक्ति का कारज सवारना है, जे आनंद प्राप्त करना है, जे सुख प्राप्त करना है, जे सकून का आनंद प्राप्त करना है, जे परमेश्वर के चरणों में अभेद हो जाने का आनंद प्राप्त करना है, तो ये कारज गुरु नूं मिल के सवारिया जाना है। गुरु नूं मिल के, गुरु के मिलाप तो बिना यह कारज सवरना नहीं हो, यह कारज सिरे नहीं हो चढ़ना।
ਇਸ ਕਰਕੇ ਮਨ ਗੁਰ ਮਿਲ ਕਾ ਸਵਾਰੇ। ਉਹ ਮੇਰੇ ਮਨਾ ਗੁਰੂ ਸਾਹਿਬ ਦੇ ਚਰਨਾਂ ਨਾਲ ਮਿਲ ਕਰਕੇ ਇਸ ਪ੍ਰਾਪਤ ਹੋਈ ਨਰ ਨਰੈਣੀ ਮਨੁੱਖਾ ਦੇਹੀ, ਜਿਹੜੀ ਪਤਾ ਨਹੀਂ ਕਿੰਨੇ ਕੁ ਸਮੇਂ ਬਾਅਦ ਪ੍ਰਾਪਤ ਹੋਈ ਆ। ਜਿਵੇਂ ਕਿ ਬਚਨ ਆਏ ਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਸੋ ਇਸ ਤਰੀਕੇ ਦੇ ਨਾਲ ਪਤਾ ਨਹੀਂ ਕਿਹੜੇ ਕਿਹੜੇ ਕਈ ਜਨਮ ਸਾਖ ਕਰ ਉਪਾਇਆ। ਸੋ ਇਤਿਹਾਦਕ ਦੇ ਕਰੋੜਾਂ ਕਰੋੜਾਂ ਜਨਮਾਂ ਦੇ ਇਹ ਸਫ਼ਰ ਲੰਘ ਕੇ ਇਹ ਆਤਮਾ ਸਾਡੇ ਅੱਜ ਮਨੁੱਖੀ ਤਨ ਵਿੱਚ ਸਾਨੂੰ ਮਿਲੀ ਆ। ਤੇ ਇਸ ਪੌੜੀ ਤੇ ਜੋ ਨਰ ਚੁਕੈ, ਸੋ ਆਏ ਜਾਏ ਦੁੱਖ ਪਾਏਂਦਾ। ਜਿਹੜਾ ਇਸ ਵਾਰੀ ਤੋਂ ਫੇਰ ਖੁੰਝ ਗਿਆ ਨਾ, ਜਿਹੜਾ ਇਸ ਵਾਰੀ ਤੋਂ ਫੇਰ ਤਿਲਕ ਗਿਆ, ਜਿਹਨੇ ਇਸ ਵਾਰੀ ਨੂੰ ਸੰਭਾਲਿਆ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਫੇਰ ਮੁੜ ਕੇ ਉਹੋ ਹੀ ਸਾਰਾ ਕਈ ਜਨਮ ਪਏ ਕੀਟ ਪਤੰਗਾ ਵਾਲਾ ਰਾਹ ਜਿਹੜਾ ਫੇਰ ਉੱਥੇ ਹੀ ਜਾਣਾ ਪੈਣਾ। ਇਸ ਕਰਕੇ ਇਹਨੂੰ ਸੰਭਾਲ ਲਾ, ਇਹਨੂੰ ਸਵਾਰ ਲਾ, ਇਹਨੂੰ ਗੁਰੂ ਦੇ ਚਰਨਾਂ ਨਾਲ ਮਿਲ ਕਰਕੇ, ਗੁਰੂ ਦੇ ਨਾਮ ਨਾਲ ਮਿਲ ਕਰਕੇ, ਗੁਰੂ ਦੇ ਸ਼ਬਦ ਨਾਲ ਮਿਲ ਕਰਕੇ, ਗੁਰੂ ਦੇ ਉਪਦੇਸ਼ ਨਾਲ ਮਿਲ ਕਰਕੇ ਇਹਨਾਂ ਕਾਰਜਾਂ ਨੂੰ ਸਵਾਰ ਲੈ। ਕਾਰਜ ਸਵਾਰ ਕੇ ਰਾਸ ਕਰ ਲੈਣਾ ਕਰ। ਬਾਣੀ ਦੀਆਂ ਪੰਕਤੀਆਂ ਤਾਂ ਆਪਾਂ ਬੜੀ ਵਾਰ ਪੜ੍ਹੀਆਂ ਹੋਣਗੀਆਂ ਵੀ ਕੀਤਾ ਲੋੜੀਐ ਕੰਮ ਸੋ ਹਰਿ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਇਹੋ ਜਿਹੇ ਸ਼ਬਦ ਸਾਡੇ ਕੇਵਲ ਵਿਆਹ ਬਾਤ ਹੀ ਆ ਗਏ। ਸਾਡੇ ਸਾਰਿਆਂ ਦਾ ਧਿਆਨ ਇਹ ਸ਼ਬਦਾਂ ਦਾ ਮੁੜ ਕੇ ਵਿਆਹ ਤੇ ਜਾਂਦਾ, ਕਿਉਂਕਿ ਪੜ੍ਹੇ ਉਦੋਂ ਜਾਂਦੇ ਨੇ। ਜਾਂ ਥਿਰ ਕਰ ਬੈਸੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਬੜੇ ਸ਼ਬਦ ਐਸੇ ਬਾਣੀ ਵਿੱਚ ਆਉਣਗੇ ਜਿਹੜੇ ਸਾਰੇ ਦੇ ਸਾਰੇ ਇਹ ਸ਼ਬਦ ਜਦੋਂ ਕਾਰਜ ਸਵਾਰਨ ਦੀ ਗੱਲ ਆਉਂਦੀ ਹੈ ਤਾਂ ਉਹ ਇਹੋ ਹੀ ਕਾਰਜ ਹੈ ਜਿਹੜਾ ਅਸੀਂ ਇਸ ਆਤਮਾ ਨੂੰ ਪ੍ਰਮਾਤਮਾ ਤੱਕ ਲੈ ਕੇ ਜਾਣਾ, ਉਹਦੇ ਵਿੱਚ ਅਭੇਦ ਹੋਣਾ। ਇਹ ਕਾਰਜ ਹੈ ਇਸ ਮਨੁੱਖ ਜ਼ਿੰਦਗੀ ਦਾ। ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਭਲਿਆ ਇਹ ਮਨੁੱਖ ਜ਼ਿੰਦਗੀ ਦਾ ਸਮਾਂ ਹੀ ਆ ਤੈਨੂੰ ਮਿਲਿਆ ਇਸ ਕਾਰਜ ਦੀ ਸੰਪੂਰਨਤਾ ਵਾਸਤੇ, ਇਸ ਕਾਰਜ ਨੂੰ ਸਫਲ ਕਰਨ ਵਾਸਤੇ। ਗੁਰੂ ਸਾਹਿਬਾਂ ਦੇ ਮਿਲਾਪ ਵਿੱਚ ਮਿਲ ਕਰਕੇ ਇਸ ਪ੍ਰਕਾਰ ਇਹਨਾਂ ਕਾਰਜਾਂ ਨੂੰ ਸਵਾਰ ਲੈਣਾ ਕਰ। ਰਹਾਓ ਵਿਸਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਕਰਦੇ ਨੇ। ਬਚਨ ਆ ਰਹੇ ਨੇ, ਕਰੋ ਬੇਨੰਤੀ ਸੁਨੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਵੇ ਤੇ ਮਹਾਰਾਜ ਵਿਆਖਿਆ ਕਰ ਰਹੇ ਨੇ ਵੀ ਇਹ ਕਾਰਜ ਨੂੰ ਸਵਾਰਨ ਤੱਕ ਕਿਵੇਂ ਕਿਵੇਂ ਤੁਰਿਆ ਜਾ ਸਕਦਾ ਹੈ। ਅਸਲ ਵਿੱਚ ਜਿਹੜਾ ਤੈਨੂੰ ਇਹ ਮਨੁੱਖ ਦੇਹੀ ਦਾ ਸਮਾਂ ਮਿਲਿਆ ਹੈ, ਕਾਹਦੇ ਵਾਸਤੇ ਮਿਲਿਆ ਹੈ? ਮਹਾਰਾਜ ਕਹਿੰਦੇ ਇਸ ਪ੍ਰਕਾਰ ਕਰੋ ਬੇਨੰਤੀ। ਗੁਰੂ ਸਾਹਿਬ ਆਪਣੇ ਵੱਲੋਂ ਵੀ ਕਰ ਰਹੇ ਨੇ ਤੇ ਸਾਨੂੰ ਤੁਹਾਨੂੰ ਜਗਿਆਸੂ ਮੁਖ ਦੁਆਰਾ ਬੇਨਤੀ ਕਰਨ ਦੀ ਇਜਾਜ਼ਤ ਦੱਸਦੇ ਨੇ ਕਿ ਅਸੀਂ ਤੁਸੀਂ ਸਾਰੇ ਹੀ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਇੱਕ ਬੇਨਤੀ ਕਰੀਏ ਕਿ ਸੁਣੋ ਮੇਰੇ ਮੀਤਾ। ਅਸਲ ਵਿੱਚ ਉਹੀ ਸਾਡਾ ਮਿੱਤਰ ਆ। ਜਦੋਂ ਦੁਨੀਆਦਾਰੀ ਦੀਆਂ ਸਾਰੀਆਂ ਵਿਪਤਾਵਾਂ ਇਹੋ ਜਿਹੇ ਰੂਪ ਵਿੱਚ ਆਣ ਕੇ ਸਿਰ ਤੇ ਪੈ ਗਈਆਂ, ਜਦੋਂ ਜਿਹੜੇ ਦੁਨੀਆ ਦੇ ਆਪਣੇ ਕਹਾਉਂਦੇ ਕਹਿੰਦੇ ਕਹਾਉਂਦੇ ਮਿੱਤਰ ਤੇ ਰਿਸ਼ਤੇਦਾਰ ਜਿੱਥੇ ਸਾਥ ਛੱਡ ਕੇ ਚਲੇ ਗਏ ਨਾ, ਉੱਥੇ ਮੇਰੇ ਮਾਲਕ ਨੇ ਬਾਹ ਫੜਨੀ ਆ, ਉਦੋਂ ਉਹਨੇ ਮਿੱਤਰ ਬਣਨਾ। ਇਸ ਕਰਕੇ ਕਿਤੇ ਬਾਣੀ ਵਿੱਚ ਉਹਨੂੰ ਮਿੱਤਰ, ਕਿਤੇ ਬਾਣੀ ਵਿੱਚ ਉਹਨੂੰ ਪਿਆਰਾ, ਕਿਤੇ ਬਾਣੀ ਵਿੱਚ ਉਹਨੂੰ ਸੱਜਣ, ਕਿਤੇ ਉਹਨੂੰ ਪਿਆਰਾ ਪ੍ਰੀਤਮ ਕਹਿ ਕੇ ਇਸ ਪ੍ਰਕਾਰ ਸੰਬੋਧਨ ਹੋਣਾ ਕੀਤਾ ਹੈ। ਮਹਾਰਾਜ ਕਹਿੰਦੇ ਹੇ ਮੇਰੇ ਮਿੱਤਰ ਸਰੂਪ ਪਰਮਾਤਮਾ ਦੀ ਸਾਡੀ ਬੇਨਤੀ ਸੁਣੋ। ਤੇ ਬੇਨਤੀ ਸੁਣ ਕੇ ਕਹਿਣਾ ਕੀ ਹੈ? ਸੰਤ ਟਹਿਲ ਕੀ ਬੇਲਾ। ਇਹ ਮਨੁੱਖੀ ਜੀਵਨ ਜਿਹੜਾ ਹੈ ਨਾ, ਇਹ ਰੱਬ ਦੇ ਪਿਆਰਿਆਂ ਸਾਧੂਆਂ ਦੇ ਚਰਨਾਂ ਦੀ ਟਹਿਲ ਸੇਵਾ ਦਾ ਵੇਲਾ ਆ। ਜੇ ਇਸ ਮਨੁੱਖ ਜ਼ਿੰਦਗੀ ਵਿੱਚ ਇਹ ਨਾ ਕੀਤਾ ਤੇ ਫਿਰ ਚਾਰ ਪਾਵ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਊਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡਲ ਕੋਈ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾਕਨ ਫਾਟੇ ਕਾਦਨ ਟੂਟੇ ਕਾਦਨ, ਕੋਦੋ ਕੋ ਭੁਸ ਖਈ ਹੈ। ਸਾਰੋ ਦਿਨ ਡੋਲਤ ਬਨ ਮਹੀਆ, ਅਜੋ ਨਾ ਪੇਟ ਅਗਈ ਹੈ। ਜਦੋਂ ਉਸ ਪ੍ਰਕਾਰ ਚਾਰ ਪੈਰ ਬਣ ਗਏ, ਸਿਰ ਤੇ ਦੋ ਸਿੰਘ ਬਣ ਗਏ, ਮੂੰਹ ਤੋਂ ਗੁੰਗਾ ਹੋ ਗਿਆ, ਉਦੋਂ ਨਹੀਂ ਉਹ ਪਰਮੇਸ਼ਰ ਦੇ ਗੁਣ ਗਾਏ ਜਾਣੇ, ਉਦੋਂ ਪ੍ਰਮਾਤਮਾ ਦੀ ਭਗਤੀ ਨਹੀਂ ਉਹ ਕੀਤੀ ਜਾਣੀ। ਇਸ ਕਰਕੇ ਮਹਾਰਾਜ ਕਹਿੰਦੇ ਕਰੋ ਬੇਨਤੀ। ਪਹਿਲੇ ਨੰਬਰ ਤੇ ਇਹ ਕਿ ਆਪਣੇ ਗੁਰੂ ਦੇ ਅੱਗੇ ਬੇਨਤੀਆਂ ਕਰ, ਤਰਲੇ ਕਰ। ਤੇ ਤਰਲੇ ਕਰਨ ਲੱਗਿਆ ਨਾ, ਬੇਨਤੀਆਂ ਕਰਨ ਲੱਗਿਆ, ਆਪਣੇ ਆਪ ਦਾ ਵੱਡਾਪਣਾ ਨਹੀਂ ਦਿਖਾਈਦਾ ਆਪਣੇ ਪਰਮੇਸ਼ਰ ਦੇ ਅੱਗੇ। ਜਦੋਂ ਬੇਨਤੀ ਕਰਨੀ, ਅਰਦਾਸ ਕਰਨੀ, ਮਤਲਬ ਨੀਵੇਂ ਹੋ ਕੇ ਬੇਨਤੀ ਕਰਨੀ ਆ। ਤੇ ਉਦੋਂ ਬੇਨਤੀ ਕਿਵੇਂ ਕਰਨੀ? ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। हे ਸੱਚੇ ਪਾਤਸ਼ਾਹ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ।
सच्चे पातशाह मैं ते तेरे दर दा मंगता आ, तेरे दर दे अगे मैं अपने मन की झोली अड्ड के खड़ा वां, मैं तेरे दर दे उत्ते कुछ दे के अपनी फटी लवाउण थोड़ा आया भी इत्थे पत्थर दे उत्ते मेरे नां लिख के लिखे जाण भी मैं आ दान दिता, मैं आ दान दिता। नहीं, मैं ते तेरे दर तो अपने दिल की अपने हिरदे की अंतशकरण की झोली दे विच कुछ दान पवाउण वास्ते आया, मैं दान देण नहीं आया तेरे दर ते। इस करके करो बेनती, पहले नंबर के उत्ते अपने आप नूं नीवां बना के अपने गुरु के चरनां ते बेनतियां कर। फिर उहदे तो बाद कहंदे सुनो मेरे मीता, हे मेरे मित्र साधु संगत साध संगत करन वाले गुरसिखा। फिर दूसरे नंबर के उत्ते पहले नंबर ते बेनती कर, बेनती की, अरदास की, अरदास प्रवान हो गई, तो फिर हुण जो तेरी अरदास प्रवान करके गुरु ने तेनू सिक्ख्या दित्ती आ, शब्द दिता आ, कीर्तन दिता आ, बाणी दित्ती आ, उहनूं सुण। भाव कि गुरु की सिक्ख्या नूं सुण। हुण सिक्ख्या विच की आउणा है, पर तरे रूप न पेखै नेत्र, साध की टहल संत संग हेत, करन न सुनै काहू की निंदा। महाराज कहंदे इन्हां कन्नां नाल कदे किसी की निंदा सुणी ना। ते मैं तुहाडे वल नूं ते किसे वल नूं उंगल करके नहीं कह सकदा, मैं अपने आप नूं कह सकदा भी सानूं ते निंदा सुण के स्वाद ही बड़ा आउंदा, रस ही बड़ा आउंदा। कोई चार बंदियां च खलो के किसी तीसरे परसन नूं कोई चंगा कहे, ਉਹਦੀ ਸਿਫਤ करे, सानू ते अग लगदी ये गल सुन करके। फै ਉਹਦੀਆਂ सिफतां, मेरियां सिफतां कोई नहीं ਹੁੰਦੀਆਂ भाई। जे किसी की निंदिया दे चार बोल कहे जान भी फलाना बड़ा भैड़ा, वो बड़ा बुरा, उन्हें आ कीता, उन्हें जे कीता, बंदा अगे सिर अगे कर करके सुनदा भी होर तेरा बोल के सुनाओ, रस ही बड़ा आउंदा निंदिया विच। ते गुरु का उपदेश ते आप करन ना सुने काहू की निंदा। तेरा दुश्मन भी होवे भावें दुश्मन की भी निंदा कन्नां नाल ना सुन। कहण तो मुराद ये एक आ, ਇਹੋ ਜਿਹੇ पता नहीं कई उपदेश ने सानू समझाउण वास्ते गुरु सच्चे पातशाह ने दिते। इस करके महाराज कहंदे जे तू बेनती कीती है ना अपने गुरु के चरनां विच, जग्यासू बन के बेनती कीती आ, गुरु के चरनां विचों भीख मंगण वास्ते बेनती कीती आ, ते सतगुरु जी आ सिक्ख्यावां दिंदे ने, उन्हां नूं सुण। हुण की सुनना होएगा, गुर सतगुर का जो सिख अखाए, सो भलके उठ हर नाम ते आवै, उदम करे भलके प्रभाती, स्नान करे अमृतसर नहावै, उपदेश गुरु हर हर जप जापै, सब किल विख पाप दोख लह जावै, फिर चढ़ै दिवस गुरबाणी गावै, बहदियां उठदियां हर नाम ते आवै। कदे सुनिया? जे सुनिया तो कदे वसाया नहीं मन में, चेता ही नहीं मुड़ के सुन के भी गुरु ने तो कहा भी उठदियां बहदियां हर वेले रब नूं चेते करया कर, ते किन्ना क चेते कीता अपनी जिंदगी के सफर विच। इस करके महाराज कहंदे दूजी स्टेज है गुरु की गल सुन, गुरु की गल सुन। ते गुरु की गल जदों सुन लग पे ना, फिर उत्थे महाराज कहणगे संत टहल की बेला। गुरु सच्चे पातशाह कहंदे ओ भलिया तैनूं नर नरैणी मनुखा देही मिली आ, ये रब दे प्यारे साधुआं बंदगी करन वालियां दे चरनां दी सेवा दा वेला आ। बेला दा अर्थ मुड़ के कहंदे की बेला, क्यों तुरया फिरदा अलबेला हो करके, क्यों तुरया फिरदा वेला हो करके, क्यों तुरया फिरदा। बेला दा अर्थ जंगल भी कीता है, क्यों जंगल दे विच उजाड़ विच तुरया फिरदा है। बेला दा अर्थ मुड़ के वेला भी आ। इत्थे विद्वानां ने अर्थ कीता भी तू पराए स्वरूप, पराए शरीरां रूप कच्चियां हरियां वेलां वल वेख वेख के विकारी क्यों के तुरया फिरदा, क्यों वेला तुरया फिरदा परमात्मा की बंदगी तो। परमात्मा की बंदगी करना परमेश्वर के प्यारिਆਂ के चरनां की सेवा आ। सेवा की गल जदों आई, बहुत प्रकरण बहुत सारियां सेवा के लहजे विच आउणगीਆਂ। इथों तक दे बचन भी महाराज सच्चे पातशाह ने कहने कि जे इस तन नाल गुरु के दर की, गुरु के सिखां की, गुरु के साधुआं की सेवा नहीं की, ते फिर सच्ची जानी भावें तू दोवां लत्तां ते तुरया फिरदा है, भावें तू हत्थां नाल काम करदा है, भावें तू अखां नाल वेखदा ते भावें तू कन्नां नाल सुणदा ते जबान नाल बोलदा है, गुरु की निगाह विच उन्नी देर तक तू मुरदा आ जदों तक इस तन नाल सेवा नहीं करदा। बड़ियां उदाहरणां है, बड़ियां साखियां ने, इन्हां सारे कल्ले कल्ले। कलगीधर पिता गुरु गोबिंद सिंह साहब के पावन चरनां विच कहंदे कोई सेवादार गरबई कोल नहीं, माने कौतुक वरताउणा। आवाज पई कहण लगे सानूं प्यास लगी है, कोई सेवादार जल लिया के छकाए। एक सेवक ने कहंदे इस तरह जल दा कटोरा भर के लिआंदा, जदों जल दा छन्ना भर के कटोरा भर के महाराज के चरनां विच हाजिर कीता, महाराज साहब वो जल दा छन्ना फड़दे उस पेश करने वाले सेवक दे हत्थ वेख लए। कह लगे तेरे हत्थ बड़े कोमल ने, बड़े जिन्होंने तुसीं कहो सॉफ्ट ने, इवें लगदा जिवें इन्हां हत्थां नाल कदे काम ही नहीं कीता कोई। वो सिख बेचारा साडे वर्गा मीरी का मान लैके बैठा सी, मेरे को मीरी बड़ी है,
महाराज मैं धन बड़ा महाराज तुम दिता, नौकर चाकर बड़े ने काम करने वास्ते। महाराज मैं तो कदे अपने सराहने चुक के पानी का गिलास तक नहीं पीता, वो भी नौकरां नूं कहीदा। महाराज कहते सच्ची कुछ नहीं किया कदे इन्हां हत्थां नाल? कहण लगे नहीं जी बस इन्ना वध तो वध करीदा कि थाली च पई बुरकी नूं गराही नूं तोड़ के अपने मूँह च पाया, होरे तो वध कुछ नहीं किया। ते महाराज कलगीधर पिता जी ने छन्ना भरिया होया पानी का डोल के ते नाल बचन कीता, असीं मुर्दियां दे हत्थ वाला पानी नहीं पींदे। हद हो गई महाराज सच्चे पातशाह, मैं मुर्दा कि मैं चंगा भला जीदा जागदा। महाराज कहण लगे जेड़े हत्थ सेवा तो वांझे आ वो मुर्दा, वो मरे हुए शरीर दे हत्थ ने। इस करके बहुत ऐसियां होर सारियां घटनावां आउंदियां ने। महाराज कहंदे संत टहल की बेला प्रतख अपने तन नाल साध संगत दी साधुआं दी सेवा कर, इहो ही वेला आ। फिर दूसरे पासे संत का संग वडभागी पाई है, संत की सेवा नाम ते आई है। वो भलिया ये मनुख जिंदगी की जिहड़ी तैनूं जुबान प्राप्त हुई है ना, परमेश्वर के नाम नूं ध्याउण दा इहो ही वेला आ। जदों चिर चिर करके जानवरां ते पशुआं वाली जूनी पैण वाली वो बोली बोलण लग पिया, फिर नहीं जपिया जाना परमेश्वर का नाम। इस करके इहो ही वेला आ। इस वेले नूं संभाल लेना, इनू व्यर्थ ना गवा, इनू लेखे ला। उम्र वही विच लेखे दे जो याद साईं दी गुजरे पैंदी गुजरे, भाई नंद लाल साहिब। इस करके महाराज कहते ये वेला आ। ते महाराज सच्चे पातशाह जी मैं तो कामकार बड़े खुले होए ने, मेरे बिजनेस व्यापार बड़े चलते ने, सच्चे पातशाह मैनूं उन्हां तो वेल ही नहीं मिलता। ते महाराज सच्चे पातशाह कहण लगे भी चेता इस गल दा ते चेता है ना, ਜਿਹੜੇ ਕੰਮਾਂ ਕਾਰਾਂ ਵਿੱਚ ਜਿਹੜੇ ਬਿਜ਼ਨਸ ਜਿਹੜੇ ਕੰਮ ਝਵੇਲਿਆਂ 'ਚ ਫਸਿਆ ਹੋਇਆ ਆਪ ਕਹਿੰਦਾ ਮੈਨੂੰ ਵੇਲ ਨਹੀਂ, ਤੈਨੂੰ ਪਤਾ ਆ ਨਾ ਇਸ ਗੱਲ ਦਾ ਵੀ ਇੱਕ ਦਿਨ ਛੱਡ ਕੇ ਜਾਣੇ ਪੈਣੇ ਤੇ ਜਿੱਦਣ ਉਹ ਛੱਡ ਕੇ ਜਾਣੇ ਆ ਇਸ ਗੱਲ ਨੂੰ ਅਹਿਸਾਸ ਕਰ ਕਿ ਜਿਹੜੇ ਇਹ ਝਵੇਲੇ ਜਿਨ੍ਹਾਂ ਕਰਕੇ ਰੱਬ ਚੇਤੇ ਕਰਨ ਦਾ ਟਾਈਮ ਨਹੀਂ, ਜਦੋਂ ਇਹਨਾਂ ਨੂੰ ਛੱਡ ਕੇ ਜਾਵੇਗਾ ਉਦੋਂ ਉੱਥੇ ਜਾ ਕੇ ਕੀ ਵਰਤੇਗਾ। ਜਿਹੜਾ ਬੈਲੈਂਸ ਅੱਜ ਤੇ ਤੈਨੂੰ ਚਾਹੀਦਾ ਕਿ ਮੈਂ ਦੁਨੀਆਦਾਰੀ ਦੀ ਜ਼ਿੰਦਗੀ ਜੀਣ ਵਾਸਤੇ ਬੈਲੈਂਸ ਚਾਹੀਦਾ, पर वो बैलेंस केड़ा होएगा जिद्दन तू इस शरीर नूं छड्ड के इन्हां झवेलियां नूं छड्ड के परमात्मा दी दरगाह नूं गया, उदों की वरतेगा। महाराज सच्चे पातशाह की करा फिर मैं पहलों अखर वरते महाराज डरा नहीं रहे। महाराज साहब दे इस उपदेश तो पहलों विद्वानां ने अखर वरते कि हितोमई उपदेश है। बड़े प्रेम नाल सतगुरु साहब जी सानूं समझाउणा चाहुंदे ने, वो उपदेश आ। सतगुरु सच्चे पातशाह कहंदे करना की आ तेरे असल विच काम आउण वाला की कहण लगे इहां खाट चलो हर लाहा। ਜਿਹੜਾ ਤੈਨੂੰ ਪਰਮੇਸ਼ਰ ਦੇ ਨਾਮ ਜਾਂ ਨਾਮ ਦੀ ਬੰਦਗੀ ਕਰਨਾ ਜਾਂ ਬੰਦਗੀ ਕਰਨ ਵਾਲੇ ਸਾਧੂਆਂ ਦੇ ਚਰਨਾਂ ਦੀ ਸੇਵਾ ਕਰਨੀ ਅਸਲ ਵਿੱਚ ਮਨੁੱਖ ਜ਼ਿੰਦਗੀ ਦਾ ਇਹ ਲਾਹਾ ਆ, ਮਨੁੱਖ ਜ਼ਿੰਦਗੀ ਦਾ ਨਫਾ ਇਹੋ ਹੀ ਆ। ਤੇ ਸਤਿਗੁਰੂ ਜੀ ਕਹਿੰਦੇ ਇਹਾਂ ਖਾਟ ਚਲੋ ਹੋ ਹਰ ਲਾਹਾ। ਇਸ ਜ਼ਿੰਦਗੀ ਵਿੱਚ ਆਇਆ ਵਾਂ, ਇਸ ਜ਼ਿੰਦਗੀ ਵਿੱਚੋਂ ਇਸ ਤਰ੍ਹਾਂ ਸੇਵਾ ਦਾ ਤੇ ਸਿਮਰਨ ਦਾ ਇਹ ਦੋ ਚੀਜ਼ਾਂ ਦਾ ਬੈਲੈਂਸ ਬਣਾ ਲਾ, ਆਪਣੇ ਬੈਂਕ ਵਿੱਚ ਜਮ੍ਹਾਂ ਕਰਾ ਲਾ, ਜਿਹੜਾ ਤੇਰੇ ਨਾਲ ਜਾਣਾ ਆ ਇਹ ਲਾਹਾ ਖੱਟ ਲਾ। ਤੇ ਮਹਾਰਾਜ ਇਸ ਲਾਹੇ ਨੂੰ ਖੱਟ ਕੇ ਜਾਵਾਂਗਾ ਤਾਂ ਫਿਰ ਵੀ ਹੋਏਗਾ। ਕਹਿਣ ਲੱਗੇ ਆਗੈ ਬਸਨ ਸੁਹੇਲਾ। ਸੁਹੇਲਾ ਦਾ ਅਰਥ ਹੈ ਸੁਖੀ। ਜੇ ਇਹ ਬੈਲੈਂਸ ਬਣਾ ਲਿਆ ਨਾ, ਜੇ ਇਹ ਲਾਹਾ ਖੱਟ ਲਿਆ, ਜੇ ਇਹ ਕਮਾਈ ਕਰ ਲਈ ਤੇ ਫਿਰ ਅੱਗੇ ਪ੍ਰਮਾਤਮਾ ਦੀ ਦਰਗਾਹ ਵਿੱਚ ਸੁਖੀ ਵਸੇਗਾ, ਸੁਖੀ ਵਸੇਗਾ। ਤੇ ਜੇ ਇਹ ਨਾ ਕੀਤਾ, ਜਿਹੜੇ ਪਾਪਾਂ ਵਿੱਚ ਜਿਹੜੇ ਔਗਣਾਂ ਵਿੱਚ ਅਸੀਂ ਲੱਗੇ ਆ, ਜੇ ਉਸੇ ਆਨੰਦ ਵਿੱਚ ਤੁਰੇ ਗਏ ਤੇ ਫਿਰ ਤੇ ਬਾਣੀ ਵਿੱਚ ਆਉਂਦਾ ਹੀ ਆ ਨਾ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਾਦਾਨੀਆਂ ਤੇ ਮੱਥੇ ਕਰ ਰਾਏ। ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ ਨਾ। ਉੱਥੇ ਨਹੀਂ ਕਿਸੇ ਨੇ ਬੇਲੀ ਹੋਣਾ। ਉੱਥੇ ਜਿਹੜੇ ਤੂੰ ਪਾਪ ਕਮਾਏ ਨੇ ਨਾ, ਇਹਨਾਂ ਕਮਾਏ ਹੋਏ ਪਾਪਾਂ ਨੇ ਵੀ ਤੇਰਾ ਸਾਥ ਛੱਡ ਜਾਣਾ। ਫਿਰ ਇਹਨਾਂ ਕਹਿਣਾ ਤੂੰ ਕੌਣ ਤੇ ਅਸੀਂ ਕੌਣ। ਫਿਰ ਉਹ ਕਮਾਏ ਹੋਏ ਪਾਪਾਂ ਦਾ ਫਲ ਤੇ ਦੁੱਖ ਤੇਰੀ ਆਤਮਾ ਨੂੰ ਭੋਗਣਾ ਪੈਣਾ। ਉਹ ਕਿਹੋ ਜਿਹੇ ਰੂਪ ਵਿੱਚ ਪੈਣਾ, ਉਹ ਬੜੇ ਰਸਤੇ ਨੇ। ਖੈਰ ਇਸ ਦੀ ਵਿਆਖਿਆ ਵਾਲੇ ਪਾਸੇ ਨਾ ਜਾਈਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਜਿਹੋ ਜਿਹੇ ਤੂੰ ਕਰਮ ਕਮਾਏ ਹੋਣਗੇ ਨਾ, ਉਸੇ ਉਸੇ ਕਰਮ ਅਨੁਸਾਰ ਮੁੜ ਕੇ ਬੜੀਆਂ ਜਾਣਾ ਲੱਗੀਆਂ ਹੋਈਆਂ ਜੂਨਾਂ ਦੀਆਂ। ਕਦੇ ਕਿਸੇ ਜਾਨਵਰ ਦੇ ਜੂਨ ਵਿੱਚ ਰਹਿ ਜਾਏਗਾ, ਕਦੇ ਕਦੇ ਪਸ਼ੂ ਦੀ ਜੂਨ ਵਿੱਚ ਰਹਿ ਜਾਏਗਾ, ਕਦੇ ਕਿਸੇ ਮਿੱਟੀ ਦੇ ਜਾਨਵਰ, ਕਦੇ ਪਾਣੀ 'ਚ ਰਹਿਣ ਵਾਲੇ ਜਾਨਵਰ, ਕਿਤੇ ਆਕਾਸ਼, ਪਤਾ ਨਹੀਂ ਕਿਹੋ ਜਿਹੇ ਨੇ। ਇੱਥੇ ਕਿਤੇ ਮਿੱਟੀ ਫੋਲ ਕੇ ਵੇਖੋ, ਕਿਤੇ ਆਪਣੇ ਘਰ ਹੀ ਕੋਈ ਛੋਟਾ ਜਿਹਾ ਬੂਟਾ ਲਾਉਣ ਵਾਸਤੇ ਟੋਆ ਪੁੱਟਣਾ ਹੋਵੇ ਨਾ, ਤੇ ਦੋ ਸ਼ਬਦਾਂ ਮਾਰ ਕੇ ਮਿੱਟੀ ਪੁੱਟੋ, ਥੱਲੇ ਉਹ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੇ ਠੂਏ, ਗਡੋਏ, ਕੀੜੇ, ਕਿਰਮ ਨਿਕਲਦੇ ਨੇ, ਪਤਾ ਹੀ ਨਹੀਂ ਲੱਗਦਾ ਕਿੰਨੇ ਕੁ ਨੇ।
ਸੱਚੇ ਪਾਤਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਇਸ ਮਨੁੱਖ ਜ਼ਿੰਦਗੀ ਦਾ ਲਾਹਾ ਲੈਣਾ ਆ ਤੇ ਇਹ ਲਾਹਾ ਉਹ ਜਿਹਦੇ ਨਾਲ ਤੇਰੀ ਆਤਮਾ ਅੱਗੇ ਜਾ ਕੇ ਸੁਖੀ ਵਸੇ, ਆਗੇ ਵਸਣ ਸੁਹੇਲਾ, ਤੇਰਾ ਅੱਗੇ ਜਾ ਕੇ ਵਸਣਾ ਸੌਖਾ ਹੋ ਜਾਏ, ਸੁਖੈਨ ਹੋ ਜਾਏ। ਇਸ ਪ੍ਰਕਾਰ ਦਾ ਇਹ ਲਾਹਾ ਆਪਣੀ ਜ਼ਿੰਦਗੀ ਦੇ ਜਿਉਂਦਿਆਂ ਜਿਉਂਦਿਆਂ ਖੱਟ ਲਾ, ਜਿਉਂਦਿਆਂ ਜਿਉਂਦਿਆਂ ਕਮਾ ਲੈਣਾ ਕਰ। ਮਹਾਰਾਜ ਅੱਗੇ ਬਚਨ ਕਰ ਰਹੇ, ਇਹੋ ਸੰਸਾਰ ਵਿਕਾਰ ਸਹਸੇ ਨਹਿ। ਸੋਹਲੇ ਸਾਹਿਬ ਦੀ ਬਾਣੀ ਵਿੱਚ ਸੰਸੇ ਨਹਿ, ਇੱਥੇ ਸਹਸੇ ਨਹਿ। ਮਹਾਰਾਜ ਹੈ ਅਰਥ ਉਹੀ ਹੈ, ਸਹਸੇ ਦਾ ਸੰਕਾ ਹੀ ਹੈ, ਸੰਸਾ ਹੀ ਹੈ। ਸਤਿਗੁਰੂ ਕਹਿੰਦੇ ਇਹ ਸੰਸਾਰ ਜਿਹੜਾ ਹੈ ਨਾ, ਸੰਸਾਰ ਆ, ਵਿਕਾਰ ਆ, ਸਹਸਾ ਆ। ਹੁਣ ਸੌਖੇ ਅਰਥ ਕਰਨੇ ਹੁਣ ਤੇ ਇਹ ਸੌਖੇ ਆ ਕਿ ਇਸ ਸੰਸਾਰ ਵਿੱਚ ਵਿਕਾਰਾਂ ਦੇ ਸੰਸਿਆਂ ਵਿੱਚ ਪੈ ਕੇ ਜ਼ਿੰਦਗੀ ਖਰਾਬ ਨਾ ਕਰ। ਤੇ ਜਦੋਂ ਉਹਨੂੰ ਸੋਹਰੇ ਕੱਲੇ ਕੱਲੇ ਅੱਖਰ ਨੂੰ ਵਿਆਖਿਆ ਕਰਨੀ ਆ ਤੇ ਮਹਾਰਾਜ ਕਹਿੰਦੇ ਇਹ ਸੰਸਾਰ ਆ। ਤੇ ਸੰਸਾਰ ਦਾ ਅਰਥ ਆਪਾਂ ਹੁਣੇ ਸੁਣਿਆ ਗਨੀਲ ਜੀ ਕੋਲੋਂ। ਸੰਸਾਰ ਦਾ ਅਰਥ ਆ, ਉਹਦਾ ਇੱਕ ਅਰਥ ਵਿਦਵਾਨ ਕਰਦੇ ਨੇ ਜਿਹਨੂੰ ਪ੍ਰਣਮ ਭਾਵ ਨੂੰ ਪ੍ਰਾਪਤ ਹੋਣਾ। ਪ੍ਰਣਮ ਭਾਵ ਨੂੰ ਪ੍ਰਾਪਤ ਹੋਣ ਦਾ ਮਤਲਬ ਹੈ ਕਿ ਜਿਹੜਾ ਸਦਾ ਇੱਕ ਅਵਸਥਾ ਵਿੱਚ ਨਾ ਰਹੇ, ਜਿਹੜਾ ਬਦਲੇ, ਚੇਂਜ ਹੋਵੇ। ਆਪਣੀ ਜ਼ਿੰਦਗੀ ਨੂੰ ਵੇਖ ਲੈਣਾ ਕਹੀਏ, ਜਿਹੜਾ ਜੀਵਨ ਬਚਪਨ ਵਿੱਚ ਜਨਮ ਵੇਲੇ ਲੈ ਕੇ ਆਏ ਸੀ ਉਹ ਨਹੀਂ ਰਿਹਾ, ਉਹ ਸ਼ਿਰ ਕਰਕੇ ਬਦਲ ਗਿਆ। ਫਿਰ ਦੁਨੀਆਦਾਰੀ ਦੀ ਦੋਸਤੀ, ਮਿੱਤਰਤਾਈ, ਰਿਸ਼ਤੇਦਾਰੀ ਜਦੋਂ ਉਹ ਵੀ ਸਮਾਜ ਵਿੱਚ ਵੇਖੋਗੇ, ਸੱਚ ਜਾਣੇ ਹੋ ਅੱਜ ਉਹ ਨੇ ਜਿਹੜੇ ਬੜੇ ਜਾਨ ਦੇਣ ਵਾਲੇ ਸੱਜਣ ਮਿੱਤਰ ਬਣ ਜਾਂਦੇ ਆ। ਪਤਾ ਨਹੀਂ ਬਾਜੀ ਪੁੱਠੀ ਪੈ ਜਾਂਦੀ ਆ। ਕੱਲ ਦਾ ਸਵੇਰ ਚੜ੍ਹਨ ਲੱਗਿਆ, ਜਿਹੜਾ ਅੱਜ ਤੇਰੇ ਵਾਸਤੇ ਜਾਨ ਦਿੰਦਾ ਸੀ ਉਹ ਕੱਲ ਨੂੰ ਤੇਰੀ ਜਾਨ ਲੈਣ ਵਾਸਤੇ ਤਿਆਰ ਹੋ ਗਿਆ, ਦੁਸ਼ਮਣ ਬਣ ਗਿਆ। ਪ੍ਰਣਮ ਭਾਵ ਨੂੰ ਪੈਦਾ ਹੋਣਾ ਹੈ ਇਸ ਸੰਸਾਰ ਨੇ, ਇਹਨੇ ਇੱਕ ਨਹੀਂ ਰਹਿਣਾ ਸਦਾ। ਜਿਹੜਾ ਇੱਕ ਟਕਾ ਵਿੱਚ ਨਾ ਰਹੇ ਉਹਨੂੰ ਸੰਸਾਰ ਕਿਹਾ ਜਾਂਦਾ ਹੈ। ਫਿਰ ਮੁੜ ਕੇ ਉਹ ਤੋਂ ਅੱਗੇ ਆ ਗਿਆ ਦੂਸਰਾ, ਕਹਿਣ ਲੱਗੇ ਸੰਸਾਰ ਦੀ ਹਾਲਤ ਹੈ ਆ। ਫਿਰ ਇਸ ਤੋਂ ਬਾਅਦ ਮਹਾਰਾਜ ਹੋਰ ਕੀ ਕਹਿਣ ਲੱਗੇ, ਇਹਦੇ ਚ ਵਿਕਾਰ ਨੇ। ਹੁਣ ਵਿਕਾਰਾਂ ਦੀ ਕੱਲੇ ਕੱਲੇ ਦੀ ਵਿਆਖਿਆ ਕਰਨੀ ਹੋਵੇ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਬੜੀ ਵਿਆਖਿਆ ਨਾ ਹੁੰਦੀ। ਹੇ ਕਲ ਮੂਲ ਕ੍ਰੋਧੰ ਕਦੰਚ ਕਰਨਾ ਨਾ ਉਪਰਤੇ। ਸੰਸਕ੍ਰਿਤ ਦੇ ਬਚਨਾਂ ਵਿੱਚ ਮਹਾਰਾਜ ਕਹਿੰਦੇ ਕ੍ਰੋਧ ਇੱਕ ਇਹੋ ਜਿਹੀ ਭੈੜੀ ਔਗਣ ਵਾਲੀ ਪ੍ਰਤਿਆ ਜਿਹਦੇ ਅੰਦਰ ਆ ਜਾਏ ਉਹ ਕ੍ਰੋਧ ਕਦੇ ਉਹਨੂੰ ਦਇਆਵਾਨ ਨਹੀਂ ਹੋਣ ਦਿੰਦਾ, ਕਦੇ ਉਹਦੇ ਅੰਦਰ ਦਇਆ ਪੈਦਾ ਹੀ ਨਹੀਂ ਹੁੰਦੀ ਜਿਹਦੇ ਅੰਦਰ ਕ੍ਰੋਧ ਆ ਜਾਏ। ਬਹੁਤ ਐਸੇ ਪ੍ਰਕਾਰ ਦੀ ਹੇ ਲੋਭਾ ਲੰਪਟ ਸੰਗ ਸਿਰ ਮੋੜ ਹੈ ਇਤਿਆਦਿ ਦੇ ਸਾਰੇ ਬਚਨ ਨੇ ਕ੍ਰੋਧ ਵਾਸਤੇ ਵੀ, ਲੋਭ ਵਾਸਤੇ ਵੀ, ਮੋਹ ਵਾਸਤੇ ਵੀ, ਹੰਕਾਰ ਵਾਸਤੇ ਵੀ, ਕਾਮ ਵਾਸਤੇ ਵੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹੋ ਜਿਹੇ ਵਿਕਾਰਾਂ ਵਾਲਾ ਹੈ ਸੰਸਾਰ, ਇਹਦੇ ਵਿੱਚ ਇਹੋ ਜਿਹੇ ਵਿਕਾਰ ਨੇ। ਸੱਚੇ ਜਾਣੋ ਜਿਹਨੂੰ ਸਾਧ ਸੰਗਤ ਜੀ ਕਿਸੇ ਨੂੰ ਥੋੜੀ ਬਹੁਤੀ ਸਮਝ ਲੱਗ ਗਈ ਨਾ, ਉਹ ਤਾਂ ਕਈ ਵਾਰੀ ਇਹਨਾਂ ਵਿਕਾਰਾਂ ਤੋਂ ਡਰਦਾ, ਇਹਨਾਂ ਵਿਕਾਰਾਂ ਤੋਂ ਡਰ ਕੇ ਰਹਿੰਦਾ। ਪਰ ਸੱਚੀ ਜਾਣੋ ਸੰਸਾਰ ਦੇ ਉੱਤੇ ਤੁਸੀਂ ਵੀ ਪ੍ਰੈਕਟੀਕਲ ਜੀਵਨ ਵਿੱਚ ਕਿਤੇ ਨਾ ਕਿਤੇ ਇਹੋ ਜਿਹੇ ਮਨੁੱਖ ਵੇਖੇ ਹੋਣਗੇ ਜਿਨ੍ਹਾਂ ਨੂੰ ਵਿਕਾਰਾਂ ਤੋਂ ਡਰ ਹੀ ਨਹੀਂ ਲੱਗਦਾ। ਵਿਕਾਰ ਭੋਗਦੇ ਨੇ, ਦੂਜਿਆਂ ਦੇ ਘਰ ਉਜਾੜਦੇ ਨੇ ਕਿ ਚਾਰ ਬੰਦਿਆਂ 'ਚ ਖਲੋ ਕੇ ਬੜੇ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਕੇ ਦੱਸਦੇ ਅੱਜ ਫਲਾਣੇ ਦਾ ਘਰ ਜਾ ਕੇ। ਪਰ ਇਹ ਸਜ਼ਾ ਕੀ ਮਿਲਣੀ ਪਤਾ ਨਾ ਕਿ ਇਹ ਕਾਨੂੰਨ ਨਰਕ ਵਿਸਰਾਮ ਬਹੁ ਜੋਨੀ ਪ੍ਰਮਾਨ ਹੈ। ਨਿਮਕ ਕਾਮ ਸਵਾਦ ਕਾਰਨ ਕੋਟ ਦਿਨ ਸੁਖ ਪਾਵੇ, ਘੜੀ ਮੋਹ ਰੰਗ ਮਾਣੇ ਫਿਰ ਬਹੁਰ ਬਹੁਰ ਪਛਤਾਵੇ। ਉਹਦਾ ਚੇਤਾ ਹੀ ਨਹੀਂ, ਉਸ ਗੱਲ ਦਾ ਚੇਤਾ ਹੀ ਨਹੀਂ ਕਿ ਜਿਹੜਾ ਕਾਮ ਵਿਕਾਰ ਭੋਗ ਕੇ ਆਇਆ ਉਹਦਾ ਫਲ ਮਿਲਣਾ ਜਦੋਂ ਫੇਰ ਹੀ ਬਣਨਾ ਹੈ। ਫੇਰ ਤੇ ਬਾਣੀ ਦੇ ਬਚਨ ਆਪਾਂ ਪੜ੍ਹੇ ਹੋਣਗੇ ਨਾ, ਪਰ ਤਰੇ ਰਾਵਣ ਜਾਹੇ ਸਈ ਤਲਾਜੀਏ ਹੈ। ਸਾਧ ਸੰਗਤ ਦੇ ਅਰਥ ਭਾਵੇਂ ਆਪ ਤੁਸੀਂ ਕਿਤੇ ਆਪਣੇ ਗੂਗਲ ਤੋਂ ਕੱਢ ਕੇ ਵੇਖ ਲਿਓ। ਕਹਿਣ ਲੱਗੇ ਜਿਹੜਾ ਭਾਵੇਂ ਔਰਤ ਹੈ ਭਾਵੇਂ ਮਨੁੱਖ ਹੈ, ਜਿਹੜਾ ਪਰਾਏ ਘਰ ਦੀ ਸੇਜਾ ਤੇ ਰਾਵਣ ਗਿਆ ਵਾ ਉਹਨੂੰ ਨਰਕਾਂ ਦੇ ਤੱਤੇ ਤੇਲ ਦੇ ਕੜਾਹਿਆਂ 'ਚ ਪਾ ਕੇ ਪਕੌੜਿਆਂ ਵਾਂਗ ਤਲ ਤਲ ਕੇ ਸਜ਼ਾਵਾਂ ਮਿਲਣੀਆਂ। ਨਹੀਂ ਬਚਾ ਹੋਣਾ ਉੱਥੇ ਜਾ ਪਾਪ ਕਮਾਉਣ ਦਿਆ ਤੇਰਾ ਕੋਈ ਨਾ ਪਹਿਲੀ ਰਾਮ। ਉੱਥੇ ਕਿਸੇ ਨੇ ਬਾਹ ਨਹੀਂ ਫੜਨੀ, ਕਿਸੇ ਨੇ ਮਿੱਤਰ ਨਹੀਂ ਬਣਨਾ ਉੱਥੇ ਜੇ ਪਾਪ ਕਮਾਇਆ। ਗੁਰੂ ਜੀ ਕਹਿੰਦੇ ਸੰਸਾਰ ਇਹੋ ਜਿਹੇ ਵਿਕਾਰਾਂ ਵਾਲਾ ਆ, ਇਹ ਤੇ ਅੱਗ ਦੇ ਭਾਂਬੜ ਮੱਚਦੇ ਪਏ ਨੇ ਬਾਹਰ, ਜਿੱਧਰ ਨੂੰ ਜਿੰਨਾ ਨਿਕਲ ਜਾਓਗੇ। ਜੇ ਸਤ ਸੰਗਤ ਦੇ ਦਾਇਰੇ ਵਿੱਚ ਰਹਿਣ ਦਾ ਯਤਨ ਕਰੋਗੇ ਇੱਥੇ ਥੋੜੀ ਬਹੁਤੀ ਸ਼ਾਂਤੀ ਮਿਲ ਸਕਦੀ ਆ। ਇਸ ਕਰਕੇ ਮਹਾਰਾਜ ਕਹਿੰਦੇ ਫੇਰ ਅੱਗੇ ਇਹ ਸੰਸਾਰ ਆ ਪਰਮ ਭਾਵ ਨੂੰ ਪ੍ਰਾਪਤ ਹੁੰਦਾ ਹੈ, ਵਿਕਾਰਾਂ ਵਾਲਾ ਆ। ਫੇਰ ਸੰਸੇ, ਅੱਗੇ ਸੰਸੇ ਪੈਦਾ ਹੋ ਗਏ। ਉਹਨੂੰ ਅੱਗੇ ਜਾ ਕਰਕੇ ਵਿਦਵਾਨ ਕਹਿੰਦੇ ਪ੍ਰਮਾਣਗਤ ਸੰਸੇ, ਪ੍ਰਮੇਯਗਤ ਸੰਸੇ ਇਤਿਆਦਿ ਕੀ ਵੀ ਵਿਆਖਿਆ ਮੰਗਦੇ ਰਹੇ। ਇਸ ਪ੍ਰਕਾਰ ਇਹ ਸੰਸਾਰ ਹੈ, ਵਿਕਾਰਾਂ ਵਾਲਾ ਹੈ, ਸੰਸਿਆਂ ਵਾਲਾ ਹੈ। ਤੇ ਇਹ ਸਾਰੇ ਪ੍ਰਕਾਰ ਦੇ ਸੰਸਾਰ ਦੇ ਵਿੱਚੋਂ ਮਹਾਰਾਜ ਕਹਿੰਦੇ ਤਰਿਓ ਬ੍ਰਹਮ ਗਿਆਨੀ।
ਜਿਹੜਾ ਪਰਮੇਸ਼ਰ ਦੇ ਨਾਮ ਦੀ ਬੰਦਗੀ ਵਿੱਚ ਉਸ ਬ੍ਰਹਮ ਦੇ ਗਿਆਨ ਦੀ ਅਵਸਥਾ ਵਿੱਚ ਪਹੁੰਚੇ ਉਹ ਤਰ ਸਕਦਾ, ਨਹੀਂ ਤੇ ਦੂਜਾ ਕੋਈ ਨਹੀਂ। ਜੇਤੇ ਕਰਮ ਕਰੇ, ਜਿੰਨੇ ਕਰਮ ਕੀਤੇ, ਜੋ ਕੁਝ ਕੀਤਾ, ਉਹ ਸਾਰਾ ਕੁਝ ਸੰਸਾਰ ਦੇ ਇਸ ਭਵਜਲ ਸਮੁੰਦਰ ਦੇ ਵਿੱਚ ਡੁਬਾਉਣ ਵਾਲਾ ਹੀ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਤਰ ਸਕਦਾ ਹੈ। ਹੁਣ ਬ੍ਰਹਮ ਗਿਆਨੀ ਕੌਣ ਹੋਏਗਾ? ਇਹਦੀ ਨਿੱਕੀ ਜਿਹੀ ਇੱਕ ਸਾਖੀ ਮਹਾਂਪੁਰਸ਼ਾਂ ਨੇ ਇੱਥੇ ਲਿਖੀ ਹੈ। ਉਹਦੇ ਵਿੱਚ ਜ਼ਿਕਰ ਕੀਤਾ ਵੀ ਕੁਝ ਸਾਡੇ ਵਰਗੇ ਨਾ, ਉਹ ਕਹਿੰਦੇ ਸਣ ਜੁੱਤੀ ਸਣ ਕੱਪਣੀ, ਜੁੱਤੇ ਸਣੇ ਖੁਦਾ, ਅਸੀਂ ਤੇ ਰੱਬ ਹੁੰਨੇ ਆ। ਆਪਣੇ ਆਪ ਬਣੇ ਬ੍ਰਹਮ ਗਿਆਨੀ, ਆਪੂ ਬਣੇ ਬ੍ਰਹਮ ਗਿਆਨੀ। ਇੱਕ ਸਾਧੂ ਫਕੀਰ ਕਹਿੰਦੇ ਕਿਸੇ ਇਲਾਕੇ ਵਿੱਚ ਮੰਗਣ ਗਿਆ ਤੇ ਅਗਲੇ ਸਾਰੇ ਇਲਾਕੇ ਵਾਲੇ ਇਕੱਠੇ ਹੋ ਕੇ ਕਹਿਣ ਲੱਗੇ ਅਸੀਂ ਤੇ ਨਹੀਂ ਦਾਨ ਦਿੰਦੇ, ਅਸੀਂ ਤੇ ਬ੍ਰਹਮ ਗਿਆਨੀ ਹੁੰਨੇ ਸਾਰੇ। ਕਿਉਂ ਜੀ? ਕਹਿਣ ਲੱਗੇ ਦਾਨ ਦੇਣਾ ਵੀ ਚੰਗੀ ਗੱਲ ਨਹੀਂ, ਦਾਨ ਲੈਣਾ ਵੀ ਚੰਗੀ ਗੱਲ ਨਹੀਂ। ਕਿਉਂਕਿ ਦਾਨ ਲੈਣਾ ਜਿਹੜਾ ਆ ਉਹ ਕਿਸੇ ਦੇ ਪੁੰਨ ਗ੍ਰਹਿਣ ਕਰਨੇ ਆ, ਹਿੱਸਾ ਦੇਣਾ ਪੈਣਾ, ਤੇ ਦਾਨ ਦੇਣਾ ਜਿਹੜਾ ਆ ਉਹ ਪੁੰਨ ਕਰਨੇ ਆ, ਤੇ ਪੁੰਨਾਂ ਦਾ ਵੀ ਲੇਖਾ ਹੋਣਾ ਜਾ ਕੇ ਅੱਗੇ। ਅਸੀਂ ਨਹੀਂ ਇਸ ਕਰਕੇ ਕਰਦੇ, ਦਾਨ ਕਰਦੇ ਹੀ ਨਹੀਂ ਜੀ, ਅਸੀਂ ਬ੍ਰਹਮ ਗਿਆਨੀ ਹੁੰਨੇ ਆ। ਉਹ ਸਾਧੂ ਰੱਬ ਦੀ ਬਿਰਤੀ ਵਾਲੇ ਚਲੇ ਗਏ। ਹੁਣ ਪਰਖ ਵਾਸਤੇ ਜਾਂ ਉਹਨਾਂ ਨੂੰ ਸਹੀ ਮਾਰਗ ਦੇਣ ਵਾਸਤੇ ਇੱਕ ਸਮਾਂ ਸਬੱਬ ਇਹ ਬਣ ਗਿਆ ਕਿ ਜਿਹੜਾ ਉਹ ਦੇਸ਼ ਦਾ ਰਾਜਾ ਸੀ ਨਾ, ਉਸ ਦੇਸ਼ ਦੇ ਰਾਜੇ ਦੇ ਸਰੀਰ ਵਿੱਚ ਕੋਈ ਕੋਹੜ ਵਰਗੀ ਇਹੋ ਜਿਹੀ ਬਿਮਾਰੀ ਸੀ। ਉਹਦੇ ਸਰੀਰ ਦੇ ਵਿੱਚੋਂ ਕਈ ਜ਼ਖਮ ਪਿੱਲ ਪਿੱਲ ਕਰਦੇ ਪਾਕ ਵਗਦੀ ਹੈ। ਦੁਖੀ ਹੋਇਆ, ਉਹ ਸਾਰੇ ਇਲਾਜ ਕਰਦਾ, ਹਕੀਮ ਜਤੀਮ ਸਾਰੇ ਛੱਡੇ ਸੱਦੇ, ਕਿਤੋਂ ਇਲਾਜ ਨਾ ਹੋਇਆ। ਉਹ ਸਬੱਬ ਨਾਲ ਉਹ ਹੀ ਸਾਧੂ ਜਿਹੜਾ ਰੱਬ ਦਾ ਪਿਆਰਾ ਸੀ, ਕਿਤੇ ਉਹਨੂੰ ਮਿਲਿਆ। ਉਹਨੇ ਬੇਨਤੀ ਕੀਤੀ ਜੀ ਮਹਾਂਪੁਰਸ਼ੋ ਕਿਰਪਾ ਕਰੋ, ਮੇਰੇ ਸਰੀਰ ਦਾ ਇਹ ਰੋਗ ਬੜਾ ਤੰਗ ਕਰਦਾ, ਕਿਰਪਾ ਕਰੋ ਇਹਨੂੰ ਠੀਕ ਕਰ ਦਿਓ, ਕੋਈ ਅਰਦਾਸ ਕਰੋ, ਕੋਈ ਦੱਸੋ ਜੁਗਤੀ। ਹੁਣ ਮਹਾਂਪੁਰਸ਼ਾਂ ਨੇ ਕਹਿੰਦੇ ਨਾ ਵੀ ਕਿਸੇ ਬਹਾਨੇ ਉਹ ਜਿਹੜੇ ਵਿਗੜੇ ਹੋਏ ਨੇ ਉਹਨਾਂ ਨੂੰ ਵੀ ਸਿੱਧੇ ਰਾਹ ਪਾਉਣਾ। ਤੇ ਮਹਾਂਪੁਰਸ਼ਾਂ ਨੇ ਇੱਕ ਜੁਗਤੀ ਬਣਾ ਕੇ ਬਚਨ ਕੀਤਾ, ਕਹਿਣ ਲੱਗੇ ਰਾਜਨ ਤੇਰਾ ਸਰੀਰ ਤੇ ਠੀਕ ਹੋ ਸਕਦਾ ਹੈ, ਤੇਰਾ ਤਨ ਇਹ ਰੋਗ ਠੀਕ ਹੋ ਸਕਦਾ ਹੈ, ਪਰ ਉਹਦੀ ਦਵਾਈ ਥੋੜੀ ਜਿਹੀ ਔਖੀ ਆ। ਕਹਿਣ ਲੱਗੇ ਵੀ ਕਿਹੜੀ? ਕਹਿਣ ਲੱਗੇ ਕੋਈ ਬ੍ਰਹਮ ਗਿਆਨੀ ਹੋਵੇ ਤੇ ਉਸ ਬ੍ਰਹਮ ਗਿਆਨੀ ਦੇ ਸਰੀਰ ਨੂੰ ਕੋਲੂ ਵਿੱਚੋਂ ਦੀ ਪੀੜ ਕੇ ਉਹਦੇ ਸਰੀਰ ਦਾ ਤੇਲ ਕੱਢ ਕੇ ਤੇਰੇ ਜ਼ਖਮ ਤੇ ਲਾਇਆ ਜਾਏ ਤੇ ਫਿਰ ਇਹ ਜ਼ਖਮ ਠੀਕ ਹੋ ਜਾਣਗੇ। ਰਾਜਾ ਕਹਿਣ ਲੱਗਾ ਹੱਦ ਹੋ ਗਈ, ਹੁਣ ਇਹੋ ਜਿਹਾ ਬ੍ਰਹਮ ਗਿਆਨੀ ਲੱਭਿਆ ਕਿੱਥੋਂ ਜਾਏ? ਤੇ ਉਹ ਸਾਧੂ ਮਹਾਤਮਾ ਕਹਿਣ ਲੱਗੇ ਮੈਂ ਗਿਆ ਸੀ ਫਲਾਣੇ ਇਲਾਕੇ 'ਚ, ਉੱਥੋਂ ਭੀਖ ਮੰਗਣ ਵਾਸਤੇ, ਭਿੱਖਿਆ ਮੰਗਣ ਵਾਸਤੇ ਗਿਆ ਸੀ, ਉਹ ਸਾਰੇ ਹੀ ਕਹਿੰਦੇ ਅਸੀਂ ਬ੍ਰਹਮ ਗਿਆਨੀ ਆ, ਉੱਥੋਂ ਲੈ ਆਏ ਕਿਤੇ ਜਾਣੇ ਨੂੰ। ਰਾਜੇ ਨੇ ਆਪਣੇ ਨੌਕਰ ਚਾਕਰ ਭੇਜੇ, ਪਾਲਕੀਆਂ ਭੇਜੀਆਂ, ਸ਼ਮਿਆਨੇ ਭੇਜੇ, ਉਹਨਾਂ ਨੂੰ ਕਿਹਾ ਜੀ ਤੁਸੀਂ ਬ੍ਰਹਮ ਗਿਆਨੀ ਹੋ? ਕਹਿਣ ਲੱਗੇ ਹਾਂ ਅਸੀਂ ਬ੍ਰਹਮ ਗਿਆਨੀ ਨੇ। ਆਓ ਜੀ, ਰਾਜੇ ਨੇ ਸੱਦਿਆ, ਪਾਲਕੀਆਂ ਤੇ ਚੜ ਕੇ ਫੁੱਲਾਂ ਦੀਆਂ ਮਾਲਾ ਪਵਾ ਕੇ ਬੜੇ ਚਾਅ ਨਾਲ ਆਏ, ਹੋਰ ਹੰਕਾਰ ਹੋ ਗਿਆ। ਜਦੋਂ ਰਾਜੇ ਕੋਲ ਆਏ ਤੇ ਰਾਜੇ ਨੇ ਆਪਣੀ ਵਿਥਿਆ ਸੁਣਾਈ, ਸੱਜਣੋ ਕਹਾਣੀ ਆ ਮੇਰੇ ਤਨ ਨੂੰ ਰੋਗ ਆ, ਇਸ ਤਨ ਦੇ ਰੋਗ ਦੀ ਨਿਵਰਤੀ ਦੀ ਦਵਾਈ ਆ ਕਿਸੇ ਬ੍ਰਹਮ ਗਿਆਨੀ ਦੇ ਸਰੀਰ ਦਾ ਤੇਲ। ਤੁਹਾਡੇ ਵਿੱਚੋਂ ਜਿਹੜਾ ਬ੍ਰਹਮ ਗਿਆਨੀ ਆ ਨਾ, ਉਹ ਆਪਣੇ ਸਰੀਰ ਦਾ ਕੋਲੂ ਵਿੱਚੋਂ ਦੀ ਲੰਘ ਕੇ ਤੇਲ ਚੋ ਕੇ ਮੈਨੂੰ ਦੇ ਤੇ ਮੈਂ ਆਪਣੇ ਤਨ ਤੇ ਲਾਉਣਾ। ਸੱਚੀ ਜਾਣਿਓ ਫਿਰ ਉਹ ਜਿਹੜੇ ਪਖੰਡ ਵਾਲੇ ਤੇ ਆਪੂ ਬਣੇ ਬ੍ਰਹਮ ਗਿਆਨੀ ਸਾਰੇ ਫੁਰਲ ਫੁਰ ਕਰਕੇ ਭੱਜ ਗਏ। ਕਹਿਣ ਲੱਗੇ ਅਸੀਂ ਇਹ ਬ੍ਰਹਮ ਗਿਆਨੀ ਨਹੀਂ ਹੈਗੇ, ਅਸੀਂ ਤੇ ਦਾਨ ਪੁੰਨ ਨਾ ਕਰਨ ਵਾਲੇ ਬ੍ਰਹਮ ਗਿਆਨੀ ਆ, ਅਸੀਂ ਤੇ ਪਖੰਡ ਵਹਿਮ ਵਾਲੇ ਬ੍ਰਹਮ ਗਿਆਨੀ ਆ, ਇਹੋ ਜਿਹਾ ਬ੍ਰਹਮ ਗਿਆਨੀ ਕੋਈ ਹੋਰ ਲੱਭ। ਉਸ ਵੇਲੇ ਫਿਰ ਉਹ ਜਿਹੜਾ ਅਸਲੀ ਸਾਧੂ ਸੀ ਉਹਨੂੰ ਬੇਨਤੀ ਕੀਤੀ, ਕਹਿਣ ਲੱਗੇ ਉਹ ਵੀ ਹੈਗੇ ਆ, ਉਹ ਵੀ ਹੈਗੇ ਆ, ਫਲਾਣਾ ਫਲਾਣਾ ਆਹ ਥਾਂ ਆ, ਆਹ ਐਡਰੈਸ ਆ, ਉੱਥੇ ਰੱਬ ਦੀ ਇਬਾਦਤ ਵਾਲਾ, ਰੱਬ ਦੇ ਨਾਲ ਜੁੜਿਆ ਹੋਇਆ ਬ੍ਰਹਮ ਗਿਆਨੀ ਸਤਪੁਰਸ਼ ਵੀ ਹੈਗਾ। ਜਦੋਂ ਉਹਦੇ ਕੋਲ ਗਏ, ਉਹਨੂੰ ਜਾਂਦਿਆਂ ਤੂੰ ਬ੍ਰਹਮ ਗਿਆਨੀ? ਨਾ ਭਰਾ, ਬ੍ਰਹਮ ਗਿਆਨੀ ਹਮ ਕੀਰੇ ਕਰਮ ਸਤਿਗੁਰ ਸਰਨਾਈ। ਉਹ ਤੇ ਇਸ ਭਾਵਨਾ 'ਚ ਜਿਉਂਦੇ ਆ। ਸੱਚੇ ਪਾਤਸ਼ਾਹ ਮੈਂ ਤੇ ਕੀੜਿਆਂ ਵਰਗਾ, ਮੈਂ ਤੇ ਕਿਰਮਾਂ ਵਰਗਾ, ਮੈਂ ਤੇ ਨਿੱਕੇ ਨਿੱਕੇ ਜੀਵ ਜੰਤੂ ਆ, ਮੈਂ ਬ੍ਰਹਮ ਗਿਆਨੀ ਕਿਤੇ ਨਹੀਂ ਜੀ। ਰਾਜੇ ਨੂੰ ਤੁਹਾਡੇ ਨਾਲ ਕੰਮ ਆ। ਹਾਂ, ਜੇ ਰਾਜੇ ਦੇ ਕਿਸੇ ਕੰਮ ਮੈਂ ਆ ਸਕਦਾ ਹੋਵਾਂ, ਕਿਉਂਕਿ ਰਾਜੇ ਨੇ ਰਾਜ ਭਾਗ ਕਰਮ ਆਉਣਾ ਹੈ, ਧਰਮ ਦਾ ਰਾਜ ਕਰਨਾ ਹੈ, ਉਹਦੇ ਵਾਸਤੇ ਜੇ ਮੈਂ ਕੰਮ ਆ ਸਕਦਾ ਹੋਵਾਂ ਤੇ ਮੇਰੇ ਧੰਨ ਭਾਗ। ਚਲੇ ਗਏ, ਜਾ ਕੇ ਗੱਲ ਆਈ, ਕਹਿਣ ਲੱਗੇ ਜੀ ਬ੍ਰਹਮ ਗਿਆਨੀ ਦੇ ਸਰੀਰ ਦਾ ਤੇਲ ਕੱਢ ਕੇ ਰਾਜੇ ਦੇ ਜ਼ਖਮ ਤੇ ਲਾਉਣਾ ਹੈ। ਤੇ ਉਸ ਬ੍ਰਹਮ ਗਿਆਨੀ ਸਾਧੂ ਨੇ ਦੋਵੇਂ ਹੱਥ ਜੋੜ ਕੇ ਨੇਤਰ ਬੰਦ ਕਰ ਲਏ, ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਮੇਰੇ ਸਰੀਰ ਨੂੰ ਕੋਲੂ ਵਿੱਚੋਂ ਦੀ ਪੀੜ ਕਰਕੇ ਇਹਦੇ ਵਿੱਚੋਂ ਨਿਕਲਿਆ ਤੇਲ ਇਸ ਰਾਜੇ ਦੇ ਜ਼ਖਮਾਂ ਨੂੰ ਇਲਾਜ ਦਾ ਕੰਮ ਕਰਦਾ ਹੈ, ਮੈਂ ਇਸ ਕੰਮ ਨੂੰ ਤਿਆਰ ਹਾਂ। ਪਰ ਰਾਜਨ ਜ਼ਰੂਰੀ ਨਹੀਂ ਆ ਵੀ ਮੇਰੇ ਤਨ ਦਾ ਸਰੀਰ ਦਾ ਤੇਲ ਕੱਢ ਕੇ ਲਾਇਆ ਤੇਰੇ ਜ਼ਖਮ ਹੋਣ, ਇਹ ਤੇ ਵੈਸੇ ਵੀ ਮੈਂ ਠੀਕ ਹੈ, ਇਹ ਤੇ ਨਿਗਾਹ ਨਾਲ ਹੀ ਠੀਕ ਹੋ ਸਕਦੇ ਨੇ ਤੇਰੇ ਜ਼ਖਮ। ਤਾਂ ਉਸ ਵੇਲੇ ਉਸ ਰੱਬ ਦੇ ਪਿਆਰੇ ਸਾਧੂ ਬ੍ਰਹਮ ਗਿਆਨੀ ਨੇ ਜਦੋਂ ਉਸ ਰਾਜੇ ਦੇ ਜ਼ਖਮਾਂ ਵੱਲ ਆਪਣੇ ਨੇਤਰ ਭਰ ਕੇ ਨਿਗਾਹ ਮਾਰੀ, ਤੇ ਜਿਵੇਂ ਬਾਣੀ ਦੇ ਬਚਨ ਨੇ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਉਸ ਅੰਮ੍ਰਿਤ ਭਰੀ ਨਿਗਾਹ ਨੇ ਉਸ ਰਾਜੇ ਦੇ ਤਨ ਨੂੰ ਵੈਸੇ ਠੀਕ ਕਰ ਦਿੱਤਾ। ਇਸ ਪ੍ਰਕਾਰ ਕਹਿਣ ਲੱਗੇ ਪਖੰਡ ਵਾਲੇ ਬ੍ਰਹਮ ਗਿਆਨੀ ਤੇ ਸਾਧੇ
ਸਭ ਕਹਤੇ ਹੈ ਪਾਇਆ, ਸਾਰੇ ਮਿਲ ਜਾਣਗੇ ਇਹੋ ਜਿਹੇ ਕਹਿਣਗੇ ਅਸੀਂ ਰੱਬ ਨੂੰ ਪਾ ਲਿਆ, ਅਸੀਂ ਰੱਬ ਨੂੰ ਪਾ ਲਿਆ। ਅਸੀਂ ਵੀ ਇਸੇ ਗੱਲ ਦਾ ਭੁਲੇਖਾ ਪਾਲ ਕੇ ਆਪਣੀ ਜ਼ਿੰਦਗੀ ਵਿੱਚ ਕਈ ਵਾਰੀ ਬਹੁਤ ਗਲਤ ਰਾਹ ਅਖਤਿਆਰ ਕਰ ਲੈਂਦੇ ਆ, ਬਾਣੀ ਦੀ ਇੱਕ ਪੰਕਤੀ ਨੂੰ ਤਰੋੜ ਮਰੋੜ ਕੇ। ਕਿਉਂਕਿ ਜਿਹੜੇ ਅੱਖਰਾਂ ਵਿੱਚ ਆਮ ਵਰਤਿਆ ਜਾਂਦਾ ਨਾ, ਕਰੇ ਕਰਾਵੇ ਆਪੇ ਆਪ, ਅਸਲ ਵਿੱਚ ਬਾਣੀ ਦੀ ਪੰਕਤੀ ਇਸ ਤਰ੍ਹਾਂ ਹੈ ਨਹੀਂ। ਇਹਨੂੰ ਤਰੋੜ ਮਰੋੜ ਕੇ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਕੇ ਵੀ ਕਰਨਾ ਕੁਝ ਚਾਹੁੰਦੇ ਨਹੀਂ, ਸਿੱਖੀ ਵਿੱਚ ਆਉਣਾ ਨਹੀਂ, ਨਸ਼ੇ ਛੱਡਣੇ ਨਹੀਂ, ਬਦਫੈਲੀਆਂ ਛੱਡਣੀਆਂ ਨਹੀਂ, ਗੁਰਮਤ ਵਿੱਚ ਆਉਣਾ ਨਹੀਂ, ਅੰਮ੍ਰਿਤ ਛਕਣਾ ਨਹੀਂ, ਨਾਮ ਜਪਣਾ ਨਹੀਂ, ਰਹਿਤ ਵੈਤ ਰੱਖਣੀ ਨਹੀਂ ਜੀ, ਕਰੇ ਕਰਾਵੇ ਆਪੇ ਆਪ। ਇਹ ਆਸਰੇ ਭਾਲਦੇ ਆ। ਅਸੀਂ ਵੀ ਉਹੀ ਬ੍ਰਹਮ ਗਿਆਨੀ ਬਣੇ ਆ ਝੂਠ ਦੇ। ਇਹਨਾਂ ਗੱਲਾਂ ਨਾਲ ਕਰੇ ਕਰਾਵੇ ਆਪੇ ਆਪ ਨਹੀਂ ਬਣਨਾ। ਜੇ ਕਰੇ ਕਰਾਵੇ ਆਪੇ ਆਪ ਵਾਲੀ ਬਿਰਤੀ ਆ ਨਾ, ਤੇ ਫਿਰ ਤੇਰੇ ਤਨ ਦੀ ਕੋਈ ਅੰਗਲ, ਤੇਰੇ ਤਨ ਦਾ ਕੋਈ ਗੂਠਾ, ਤੇਰੇ ਦੰਦ ਦਾ ਕੋਈ ਗੁੱਟ ਕੱਟ ਕੇ ਵੇਖਣਾ ਪੈਣਾ ਵੀ ਵਾਕਿਆ ਇਹ ਭਰੋਸਾ ਹੈਗਾ ਵੀ ਕਰੇ ਕਰਾਵੇ ਆਪੇ ਆਪ। ਤੇ ਜਿਹੜੇ ਇਸ ਭਰੋਸੇ ਤੇ ਜਿਉਂਦੇ ਆ ਨਾ, ਉਹ ਆਪਣੇ ਤਨ ਨੂੰ ਆਰਿਆਂ ਨਾਲ ਚਰਵਾ ਕੇ ਵੀ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਆ, ਉਹ ਬੰਦ ਕਟਵਾ ਕੇ ਵੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ। ਸੋ ਇਸ ਕਰਕੇ ਮਹਾਰਾਜ ਕਹਿੰਦੇ ਤਰਿਓ ਬ੍ਰਹਮ ਗਿਆਨੀ, ਉਸ ਬ੍ਰਹਮ ਦੇ ਗਿਆਨ ਦੀ ਪ੍ਰਾਪਤੀ ਕਰਨ ਵਾਲਾ ਉੱਚ ਅਵਸਥਾ ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹ ਕਹਿੰਦੇ ਸੰਸਾਰ ਭਵਜਲ ਤੋਂ ਤਰਦਾ ਹੈ। ਪਰ ਇਹ ਪ੍ਰਾਪਤ ਕਿਹਨੂੰ ਹੋਣਾ? ਜਿਸੇ ਜਗਾਏ ਪਿਆਏ ਹਰ ਰਸ, ਜਿਸ ਨੂੰ ਮੇਰੇ ਗੁਰੂ ਜੀ ਕਿਰਪਾ। ਪਹਿਲੋਂ ਆਈ ਸੀ ਨਾ ਗੱਲ ਵੀ ਮਨ ਗੁਰ ਮਿਲ, ਉਹ ਮੇਰੇ ਮਨਾ ਗੁਰੂ ਨਾਲ ਮਿਲ, ਗੁਰੂ ਦੇ ਮਿਲਾਪ ਵਿੱਚ ਆ। ਤੇ ਗੁਰੂ ਨੇ ਮਿਲਾਪ ਕਰਕੇ ਕੀ ਕਰਤਾ? ਜਿਸੇ ਜਗਾਏ, ਜਿਹੜੇ ਅਸੀਂ ਅਵਿਦਿਆ ਦੀ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਪਏ ਸੀ, ਲੋਭ ਮੋਹ ਦੀ ਨੀਂਦ ਵਿੱਚ ਸੁੱਤੇ ਪਏ ਸੀ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਇਹ ਤੇ ਆਦਿਕ ਦੇ ਸਾਰੇ ਸਾਡੇ ਅੰਗ ਪ੍ਰਤੰਗ ਆਦਿਕ ਸੁੱਤੇ ਪਏ ਨੇ ਔਗਣਾਂ ਤੇ ਵਿਕਾਰਾਂ ਵਿੱਚ। ਮਹਾਰਾਜ ਕਹਿੰਦੇ ਜਿਸੇ ਜਗਾਏ, ਜਿਹਨੂੰ ਮੇਰੇ ਸਤਿਗੁਰੂ ਨੇ ਕਿਰਪਾ ਕਰਕੇ ਇਹਨਾਂ ਔਗਣਾਂ ਵੱਲੋਂ ਜਗਾ ਦਿੱਤਾ, ਜਾਗਰਤ ਗਿਆਨ ਅਵਸਥਾ ਦੇ ਦਿੱਤੀ। ਉੱਠ ਪਿਆ ਉਹ ਸੁੱਤਾ ਹੋਇਆ ਵਿਦਿਆ ਦੀ ਨੀਂਦ ਵਿੱਚੋਂ, ਤੇ ਫਿਰ ਉਹਨੂੰ ਜਗਾਏ ਦਾ ਪਤਾ ਕਿਵੇਂ ਲੱਗਾ? ਜਿਹੜਾ ਹੁਣ ਇਸ ਗੱਲ ਨੂੰ ਮੇਰੇ ਵਰਗਾ ਫਿਰ ਉੱਠ ਗਿਆ, ਮੈਂ ਤੇ ਜਾਗਦਾ, ਮੈਂ ਤੇ ਜਾਗ ਪਿਆ। ਮਹਾਰਾਜ ਕਹਿੰਦੇ ਏਦਾਂ ਗੱਲ ਕਹਿਣ ਨਾਲ ਨਹੀਂ ਬਣਨੀ। ਜਿਹਨੂੰ ਮੇਰੇ ਗੁਰੂ ਨੇ ਜਗਾ ਦਿੱਤਾ ਹੈ ਨਾ ਔਗਣਾਂ ਤੇ ਅਗਿਆਨਤਾ ਦੀ ਨੀਂਦ ਵਿੱਚੋਂ, ਉਹਨੂੰ ਹੁਣ ਅਗਲੀ ਇੱਕ ਅਵਸਥਾ ਹੈ, ਉਹਦੇ ਟੈਸਟ ਵਾਸਤੇ ਕਹਿੰਦੇ ਪਿਆਏ ਹਰ ਰਸ। ਜਿਹਨੂੰ ਮੇਰੇ ਗੁਰੂ ਨੇ ਇਸ ਅਵਿਦਿਆ ਚੋਂ ਜਗਾ ਕਰਕੇ ਜਾਗਰਤ ਅਵਸਥਾ ਬਖਸ਼ੀ ਆ, ਉਹਨੂੰ ਹੁਣ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਹੋ ਗਿਆ ਹੈ। ਜਿਹੜੇ ਰਸ ਦਾ ਹੁਣੇ ਜ਼ਿਕਰ ਹੋਇਆ ਨਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁਰ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਉਸ ਪ੍ਰਮਾਤਮਾ ਦੇ ਪਿਆਰੇ ਨੂੰ ਮੇਰੇ ਸਤਿਗੁਰੂ ਨੇ ਐਸੀ ਅਗਿਆਨਤਾ ਤੇ ਅਵਿਦਿਆ ਦੀ ਨੀਂਦ ਤੋਂ ਉਠਾ ਕੇ ਉਸ ਪਰਮੇਸ਼ਰ ਦੇ ਨਾਮ ਦਾ ਰਸ ਦੇ ਦਿੱਤਾ ਆ। ਪੜ੍ਹਦੇ ਅਸੀਂ ਵੀ ਆ, ਸਾਰੇ ਜਿੰਨੇ ਬੈਠੇ ਹੋ, ਬਹੁਤੇ ਨਿਤਨੇਮੀ ਸਿੱਖ ਬੈਠੇ ਹੋ, ਪਰ ਮੈਂ ਇਸ ਤਰ੍ਹਾਂ ਨਹੀਂ ਕਹਿ ਸਕਦਾ ਵੀ ਤੁਹਾਡੇ ਉੱਤੇ ਮੈਂ ਕੋਈ ਸ਼ੰਕਾ ਕਰਦਾ। ਮੈਂ ਸਿਰਫ ਇਹ ਗੱਲ ਬੇਨਤੀ ਕਰ ਸਕਦਾ ਵੀ ਜਦੋਂ ਨਿਤਨੇਮ ਕਰਦੇ ਹੋ, ਪਾਠ ਕਰਦੇ ਹੋ ਜਾਂ ਸਿਮਰਨ ਕਰਦੇ ਹੋ, ਕਦੇ ਆਪਣੇ ਆਪ ਦੇ ਵਿੱਚ ਮਹਿਸੂਸ ਕਰਕੇ ਵੇਖੀਏ ਵੀ ਰਸ ਆਇਆ ਉਹਦੇ ਚੋਂ ਕਿ ਨਹੀਂ ਆਇਆ। ਜੇ ਬਾਣੀ ਪੜ੍ਹਨ ਬੈਠੇ ਆ ਤੇ ਬੈਠਿਆਂ ਬਿਠਾਇਆਂ ਨੂੰ ਕਿਸੇ ਨੇ ਆਣ ਕੇ ਤੁਹਾਨੂੰ ਛੇੜਿਆ ਹੋਵੇ, ਕਿਸੇ ਨੇ ਆਣ ਕੇ ਤੁਹਾਨੂੰ ਆਵਾਜ਼ ਮਾਰੀ ਹੋਵੇ ਵੀ ਬਾਹਰ ਕੰਮ ਪਿਆ, ਉਦੋਂ ਅੰਦਰ ਆਰੀਆਂ ਵੱਜੀਆਂ ਕਿ ਨਹੀਂ ਵੱਜੀਆਂ, ਦੁੱਖ ਲੱਗਾ ਕਿ ਨਹੀਂ ਲੱਗਾ ਇਸ ਗੱਲ ਦਾ? ਜੇ ਤੇ ਬਾਣੀ ਪਾਠ ਕਰਦਿਆਂ ਨੂੰ ਕਿਸੇ ਨੇ ਆਣ ਕੇ ਉਠਾ ਲਿਆ ਤੇ ਉਹ ਇਵੇਂ ਲੱਗਾ ਜਿਵੇਂ ਮੌਤ ਤੋਂ ਵੀ ਭੈੜਾ ਹੈ, ਹਾਏ ਮੈਨੂੰ ਬਾਣੀ ਪੜ੍ਹਨ ਤੋਂ ਹਟਾ ਕੇ ਬਾਹਰ ਕਿਸੇ ਕੰਮੇ ਲਾਉਣਾ। ਜਦੋਂ ਇਹ ਮਹਿਸੂਸ ਹੋਣ ਲੱਗ ਪਿਆ ਨਾ, ਉਦੋਂ ਸਮਝਿਆ ਜਾਣਾ ਵੀ ਰਸ ਆਇਆ ਆ, ਉਦੋਂ ਪਤਾ ਲੱਗਣਾ ਵੀ ਇਸ ਬਾਣੀ ਦੇ ਵਿੱਚੋਂ ਰਸ ਪ੍ਰਾਪਤ ਹੋਇਆ। ਤੇ ਜਿਹਨੂੰ ਮੇਰੇ ਸਤਿਗੁਰੂ ਨੇ ਜਗਾ ਦਿੱਤਾ ਆ ਨਾ, ਮਹਾਰਾਜ ਕਹਿੰਦੇ ਪੀਆਏ ਹਰ ਰਸ, ਉਹਨੂੰ ਫਿਰ ਇਹ ਪ੍ਰਮਾਤਮਾ ਦੇ ਇਹ ਰਸ ਪੀਆ, ਉਹ ਰਸ ਨਹੀਂ ਪਾਵਾ, ਰਾਮ ਰਸ ਪੀਆ ਰੇ। ਜਦੋਂ ਉਹ ਰਾਮ ਦੇ ਨਾਮ ਦਾ ਰਸ ਪ੍ਰਾਪਤ ਹੋ ਗਿਆ ਨਾ, ਫਿਰ ਹੋਰ ਦੁਨੀਆ ਦੇ ਰਸ ਕਸ ਖਾਣ ਨੂੰ ਪੀਣ ਨੂੰ ਜੀ ਨਹੀਂ ਕਰਨਾ। ਅਜੇ ਤੇ ਦੁਨੀਆ ਦੇ ਸਵਾਦਾਂ 'ਚ ਬੈਠੇ ਹੋਏ ਆ ਨਾ, ਕਿਸੇ ਨੂੰ ਮਿੱਠਾ ਚੰਗਾ ਲੱਗਦਾ ਹੈ, ਕਿਸੇ ਨੂੰ ਸਲੂਣਾ ਚੰਗਾ ਲੱਗਦਾ ਹੈ, ਕਿਸੇ ਨੂੰ ਖੱਟੇ ਵਾਲਾ ਚੰਗਾ ਲੱਗਦਾ ਹੈ। ਦੁਨੀਆ ਦੇ ਰਸਨਾ 'ਚ ਜ਼ਬਾਨ ਪਈ ਹੋਈ ਆ। ਮੈਂ ਅੱਗੇ ਵੀ ਕਈ ਵਾਰੀ ਵਿਆਖਿਆ ਕੀਤੀ, ਮਤਾ ਕੋਈ ਆਪਣੇ ਆਪ ਜਾਣੇ ਵੀ ਮੈਨੂੰ ਲਾ ਕੇ ਨਹੀਂ। ਬਾਣੀ ਦੀਆਂ ਪੰਕਤੀਆਂ ਨੇ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਜਿੰਨੇ ਮਰਜ਼ੀ ਵੀ ਸਵਾਦ ਪੂਰੇ ਕਰ ਲਾ, ਹਾਂ ਕਦੇ ਕਹੇਗਾ ਕਿਸੇ ਜ਼ਿੰਦਗੀ ਦੇ ਕਿਸੇ ਦਿਨ ਜਾ ਕੇ ਕਹੇਗਾ ਵੀ ਅੱਜ ਮੇਰੀ ਜ਼ਬਾਨ ਰੱਜ ਗਈ ਆ, ਹੁਣ ਮੈਨੂੰ ਲੋੜ ਨਹੀਂ ਨਾ ਰਸਾਂ ਦੀ? ਨਹੀਂ ਕਿਹਾ ਜਾਣਾ, ਕਿਉਂਕਿ ਜ਼ਬਾਨ ਨੇ ਰੱਜਣਾ ਹੀ ਨਹੀਂਗਾ ਦੁਨੀਆ ਦੇ ਰਸਨਾ ਨਾਲ। ਮੈਂ ਅੱਗੇ ਕਈ ਵਾਰੀ ਅੱਖਰ ਵਰਤੇ ਨੇ, ਦੁਨੀਆ ਦੇ ਰਸ, ਦੁਨੀਆ ਦੇ ਪਦਾਰਥ, ਦੁਨੀਆ ਦੇ ਭੋਜਨ, ਭਾਵੇਂ ਖਾਣ ਵਾਲੇ ਆ ਭਾਵੇਂ ਪੀਣ ਵਾਲੇ ਆ, ਉਹ ਸਿਰਫ ਚਾਹੀਦੇ ਸੀ ਸਾਡੇ ਸਰੀਰ ਦੀ ਪਰਵਰਿਸ਼ ਵਾਸਤੇ।
ਭਾਵ ਕਿ ਸਾਡੇ ਸਰੀਰ ਨੂੰ ਚੱਲਦਾ ਫਿਰਦਾ ਰੱਖਣ ਵਾਸਤੇ એનર્ਜੀ ਵਾਸਤੇ ਚਾਹੀਦੇ ਸੀ। ਕਹਿਣ ਤੋਂ ਮੁਰਾਦ ਸੌਖੇ ਅੱਖਰਾਂ ਵਿੱਚ ਆ ਜਾਈਏ, ਕਹਿਣ ਲੱਗੇ ਇਹ ਬੰਦੇ ਤੂੰ ਖਾਣਾ ਸੀ ਇਸ ਸਰੀਰ ਨੂੰ ਚੱਲਦਾ ਰੱਖਣ ਵਾਸਤੇ। ਪਰ ਸੱਚੀ ਜਾਣਿਓ ਉਲਟ ਕੇ ਬਿਰਤੀ ਇਹ ਬਣ ਗਈ ਹੈ ਵੀ ਅਸੀਂ ਸਰੀਰ ਨੂੰ ਚੱਲਦਾ ਹੀ ਇਸ ਵਾਸਤੇ ਰੱਖਿਆ ਵੀ ਖਾਣਾ ਆ। ਚਾਹੀਦਾ ਤੇ ਇਹ ਸੀ ਵੀ ਖਾਣ ਪੀਣ ਪਦਾਰਥ ਇਸ ਕਰਕੇ ਖਾਣੇ ਸੀ ਵੀ ਸਰੀਰ ਚੱਲਦਾ ਰਵੇ, ਪਰ ਉਲਟ ਕੇ ਇਹ ਬਣ ਗਿਆ ਵੀ ਨਹੀਂ ਸਹੀ ਸਰੀਰ ਨੂੰ ਚਲਾਉਣਾ ਹੀ ਇਸ ਕਰਕੇ ਆ ਵੀ ਖਾਣ ਪੀਣ ਤੇ ਜ਼ੋਰ ਦੇਣਾ, ਬਸ ਵੀ ਆਹ ਖਾ ਲਿਆ, ਉਹ ਖਾ ਲਿਆ, ਉਹ ਖਾ ਲਿਆ, ਆਹ ਖਾ ਲਿਆ। ਮਹਾਰਾਜ ਕਹਿੰਦੇ ਇਹਨਾਂ ਵਿੱਚੋਂ ਪਰਮੇਸ਼ਰ ਦਾ ਉਹ ਪੀਆਏ ਹਰ ਰਸ ਵਾਲਾ ਰਸ ਨਹੀਂ ਆਉਣਾ ਇਹਦੇ ਵਿੱਚ। ਜਿਹਨੂੰ ਮੇਰੇ ਸਤਿਗੁਰੂ ਨੇ ਕਿਰਪਾ ਕਰਕੇ ਵਿਦਿਆ ਦੀ ਨੀਂਦ ਤੋਂ ਜਗਾ ਕੇ ਉਸ ਹਰੀ ਪ੍ਰਮਾਤਮਾ ਦੇ ਨਾਮ ਦਾ ਰਸ ਪਿਆ ਦਿੱਤਾ, ਉਸ ਨਾਮ ਦੇ ਰਸ ਦਾ ਸਵਾਦ ਆ ਗਿਆ ਜਿਹਨੂੰ। ਅਕਥ ਕਥਾ ਤਿੰਨ ਜਾਨੀ। ਫਿਰ ਕਹਿੰਦੇ ਉਹ ਜਿਹੜੀ ਪਰਮੇਸ਼ਰ ਦੇ ਘਰ ਦੀ ਅਕਥ ਕਥਾ ਆ ਨਾ, ਜਿਹੜੇ ਮੇਰੇ ਵਰਗੇ ਦੀਆਂ ਜ਼ਬਾਨਾਂ ਤੋਂ ਕਥਨ ਤੋਂ ਪਰੇ ਆ, ਉਸ ਪਰਮੇਸ਼ਰ ਦੇ ਘਰ ਦੀ ਅਕਥ ਕਥਾ ਉਹਨਾਂ ਨੇ ਜਾਣ ਲਈ ਆ। ਉਸ ਕਥਾ ਨੂੰ ਸਮਝਣ ਵਾਲੇ ਬਣ ਗਏ ਆ। ਉਸ ਕਥਾ ਦੇ ਗਿਆਨ ਦੀ ਸੋਝੀ ਹੋ ਗਈ ਆ ਉਹਨਾਂ ਰੱਬ ਦੇ ਪਿਆਰਿਆਂ ਨੂੰ, ਜਿਨ੍ਹਾਂ ਨੂੰ ਐਸੇ ਪ੍ਰਮਾਤਮਾ ਦੇ ਨਾਮ ਦੇ ਰਸ ਦਾ, ਨਾਮ ਦੇ ਰਸ ਨੂੰ ਅੱਗੇ ਜਾ ਕਰਕੇ ਵਿਦਵਾਨ ਇਹਨੂੰ ਬ੍ਰਹਮਾ ਰਸ ਦਾ ਆਨੰਦ ਵੀ ਕਹਿੰਦੇ ਆ, ਭਾਵ ਕਿ ਉਹ ਰਸ ਪ੍ਰਾਪਤ ਹੋ ਗਿਆ। ਉਹਨਾਂ ਨੇ ਫਿਰ ਉਸ ਅਕਥ ਪਰਮੇਸ਼ਰ ਵਾਹਿਗੁਰੂ ਦੇ ਘਰ ਦੀ ਕਥਾ ਨੂੰ ਜਾਣ ਲੈਣਾ ਕੀਤਾ, ਉਹਨਾਂ ਨੇ ਸਮਝ ਲੈਣਾ ਕੀਤਾ ਹੈ। ਜਾ ਕੋ ਆਏ ਸੋਈ ਵਿਹਾਜਹੁ, ਇੱਥੇ ਵਾਵੇ ਨਾਲ ਹੈ, ਸੋਹਲੇ ਸਾਹਿਬ ਵਾਲੇ ਸ਼ਬਦ ਵਿੱਚ ਬੱਬੇ ਨਾਲ ਹੈ। ਮੈਂ ਤਾਂ ਕਰਕੇ ਨਾਲ ਨਾਲ ਅੱਖਰ ਕਰ ਰਿਹਾ ਕਿ ਬੱਚਿਆਂ ਨੂੰ ਚੇਤਾ ਰਹੇ ਵੀ ਜਦੋਂ ਪਾਠ ਕਰਨਾ ਹੈ ਇਹਨਾਂ ਅੱਖਰਾਂ ਦਾ ਧਿਆਨ ਹੋਣਾ ਚਾਹੀਦਾ। ਇਸ ਕਰਕੇ ਜਾ ਕੋ ਆਏ ਸੋਈ ਵਿਹਾਜਹੁ, ਵਿਹਾਜੋ ਦਾ ਅਰਥ ਆਪਣਾ ਆਮ ਤੌਰ ਤੇ ਕਹਿੰਦਾ ਫਲਾਣਿਆ ਤੂੰ ਕੀ ਵਿਹਾਜਿਆ, ਭਾਵ ਕਿ ਤੂੰ ਕੀ ਖਰੀਦਿਆ। ਵਿਹਾਜੋ ਦਾ ਅਰਥ ਆ ਖਰੀਦਣਾ, ਬਾਏ ਕਰਨਾ ਆਪਾਂ ਕਹਿ ਲਈਏ ਤੁਹਾਡੀ ਬੋਲੀ 'ਚ। ਇਸ ਕਰਕੇ ਕਹਿੰਦੇ ਜਿਹੜੇ ਕੰਮ ਨੂੰ, ਜਿਹੜੇ ਸੌਦੇ ਨੂੰ ਖਰੀਦਣ ਆਏ ਸੀ ਮਨੁੱਖ ਜ਼ਿੰਦਗੀ ਵਿੱਚ, ਜਿਹੜੇ ਸੌਦੇ ਨੂੰ ਖਰੀਦਣ ਵਾਸਤੇ ਵਣਜ ਕਰੋ ਵਣਜਾਰੇ ਹੋ, ਵਖਰ ਲਿਓ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ, ਅੱਗੇ ਸਾਹੋ ਸੁਜਾਨ ਹੈ। ਸੱਚੀ ਜਾਣਿਓ ਕਹਿਣ ਲੱਗੇ ਜਿਸ ਤਰ੍ਹਾਂ ਇੱਥੇ ਦੁਨੀਆ ਦੇ ਨਹੀਂ ਧੋਖਾ ਚੱਲਦਾ ਹੁੰਦਾ ਵੀ ਕਿਸੇ ਦੇ ਚਲੋ ਕੰਮ ਕੀਤਾ, ਉਹਨੇ ਕੋਈ ਸੌਦਾ ਖਰੀਦਣ ਵਾਸਤੇ ਘੱਲਿਆ, ਚਲੋ ਕੋਈ ਨਹੀਂ ਆਪਾਂ ਜਿਸ ਤਰ੍ਹਾਂ ਕਹਿੰਦੇ ਨਾ ਪੈਕ ਕਰ ਲਿਆ, ਰੈਪ ਕਰ ਲਿਆ, ਚਲੋ ਗਿਫਟ ਰੈਪ ਕਰ ਲਿਆ, ਪਤਾ ਨਹੀਂ ਵਿੱਚ ਕੀ ਆ। ਆਪੇ ਜਦੋਂ ਜਾ ਕੇ ਵੇਖੇਗਾ ਵੇਖੀ ਜਾਓ, ਕਿਹੜਾ ਪਤਾ ਲੱਗਣਾ ਵੀ ਕਿਹਨੇ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਨਹੀਂ ਅੱਗੇ ਸਾਹੋ ਸੁਜਾਨ ਹੈ, ਲੈਸੀ ਵਸਤ ਸੰਭਾਲ। ਉਹ ਸਜਣਾ ਜਦੋਂ ਉਸ ਸਹੀ ਸਾਹੋ ਦੇ ਕੋਲ, ਸਹੀ ਸ਼ਾਹੂਕਾਰ ਦੇ ਕੋਲ, ਸਹੀ ਪਰਮੇਸ਼ਰ ਦੇ ਕੋਲ ਪਹੁੰਚਣਾ ਨਾ, ਉੱਥੇ ਇਹ ਰੈਪ ਕੀਤੇ ਦੇ ਧੋਖੇ ਨਹੀਂ ਚੱਲਣੇ। ਉੱਥੇ ਉਹਨੇ ਜਿਹੜੀ ਤੂੰ ਵਸਤ ਖਰੀਦੀ ਆ ਨਾ, ਕਾਮ ਦੀਆਂ ਖਰੀਦੀਆਂ ਨੇ, ਕ੍ਰੋਧ ਦੀਆਂ ਖਰੀਦੀਆਂ ਨੇ, ਲੋਭ ਦੀਆਂ ਖਰੀਦੀਆਂ ਨੇ, ਮੋਹ ਦੀਆਂ ਖਰੀਦੀਆਂ ਨੇ, ਸ਼ਬਦ ਸਪਰਸ ਰਸ ਗੰਧ ਦੀਆਂ ਖਰੀਦੀਆਂ ਨੇ, ਜਿਹੜੀਆਂ ਜਿਹੜੀਆਂ ਵਸਤੂਆਂ ਤੂੰ ਆਪਣੀ ਜ਼ਿੰਦਗੀ ਦੇ ਸਫ਼ਰ ਵਿੱਚ ਖਰੀਦੀਆਂ ਨਾ, ਉਸ ਮਾਲਕ ਨੇ ਪਛਾਣ ਲੈਣੀਆਂ, ਉਹ ਪਛਾਣ ਲੈਣੀਆਂ। ਇੱਥੇ ਹੀ ਪਛਾਣ ਲੈਣੀ ਗੱਲ ਵਾਲੀ ਨਹੀਂ। ਇੱਥੋਂ ਅੱਗੇ ਇੱਕ ਹੋਰ ਬੜਾ ਸੁੰਦਰ ਵਿਆਖਿਆ ਹੈ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ। ਕਹਿਣ ਲੱਗੇ ਸੱਜਣੋ ਕਈ ਵਾਰੀ ਅਸੀਂ ਧੋਖੇ ਕਰਦੇ ਹਾਂ ਧਰਮ ਨਾਲ, ਧਰਮ ਦੇ ਗੁਣਾਂ ਨਾਲ ਵੀ ਧੋਖੇ ਕਮਾਉਨੇ ਆ। ਬਾਣੀ ਵਿੱਚ ਇੱਕ ਪੰਕਤੀ ਆਈ, ਕਹਿਣ ਲੱਗੇ ਜੇ ਮੁਹਾਕਾ ਘਰ ਮੋਹੈ, ਘਰ ਮੋਹੇ ਪਿਤਰੀ ਦੇ, ਅੱਗੇ ਵਸਤ ਸਜਾਣੀਐ, ਪਿਤਰੀ ਚੋਰ ਕਰੇ, ਵੱਡੀ ਇਹ ਹੱਥ ਦਲਾਲ ਕੇ, ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਘਾਲੇ ਦੇ। ਇਸ ਪੰਕਤੀ ਆਸਾ ਜੀ ਦੀ ਵਾਰ ਦਾ 17ਵਾਂ ਸ਼ਲੋਕ ਹੈ ਜੀ ਇਹ। ਜੇ ਮੇਰੇ ਕੋਲੇ ਚਲੋ ਅੱਖਰ ਟਾਈਮ ਘਾਟਿਆ ਬਹੁਤੀ ਵਿਆਖਿਆ 'ਚ ਨਾ ਜਾਵਾਂ, ਆਪ ਵੇਖਿਓ ਕਿਤੇ ਦੀ ਵਿਆਖਿਆ ਕੱਢ ਕੇ। ਮਹਾਰਾਜ ਕਹਿਣ ਲੱਗੇ ਇੱਕ ਸੰਸਾਰ ਦਾ ਚੋਰ ਹੈ, ਡਾਕੂ ਹੈ, ਜੇ ਮੁਹਾਕਾ ਘਰ ਮੋਹੈ, ਜੇ ਉਹ ਚੋਰ ਕਿਸੇ ਦੂਸਰੇ ਦੇ ਘਰ ਦੇ ਵਿੱਚ ਜਾ ਕੇ ਚੋਰੀ ਕਰਦਾ, ਘਰ ਮੋਹੇ ਪਿਤਰੀ ਦੇ, ਤੇ ਫਿਰ ਕਿਸੇ ਦੇ ਦੂਸਰੇ ਘਰ ਦੀ ਚੋਰੀ ਕਰਕੇ ਉਥੋਂ ਲਿਆਂਦੇ ਪਦਾਰਥਾਂ ਨੂੰ ਆਪਣੇ ਘਰ ਲਿਆਣ ਕੇ ਤੇ ਆਪਣੇ ਘਰ ਜੱਗ ਲਾ ਲਿਆ, ਮੈਂ ਆਪਣੇ ਪਿਤਰਾਂ ਦੇ ਨਾਂ ਦਾ ਸਰਾਧ ਕੀਤਾ। ਲਿਆਂਦੇ ਚੋਰੀ ਕਰਕੇ ਪਦਾਰਥ ਕਿਸੇ ਦੂਸਰੇ ਦੇ ਘਰ ਦੇ, ਤੇ ਲਿਆਣ ਕੇ ਆਪਣੇ ਘਰ ਦੇ ਵਿੱਚ ਜੱਗ ਲਾ ਲਿਆ ਉਹਦਾ ਵੀ ਮੈਂ ਤੇ ਦਾਨ ਪੁੰਨ ਬੜਾ ਕਰਦਾ। ਉਹ ਕਹਿੰਦੇ ਜਿਹੜਾ 2 ਨੰਬਰ ਦੀ ਕਮਾਈ ਨੂੰ 1 ਨੰਬਰ ਦੀ ਬਣਾਉਣਾ। ਜੇ ਮੁਹਾਕਾ ਘਰ ਮੋਹੈ, ਘਰ ਮੋਹੇ ਪਿਤਰੀ ਦੇ, ਅੱਗੇ ਵਸਤ ਸਜਾਣੀਐ। ਸਜਣਾ ਧੋਖਾ ਨਾ ਕਰੀ, ਕਿਉਂਕਿ ਜਿਹੜੀ ਵਸਤ ਤੂੰ ਜਿਹੜੇ ਘਰ ਦੀ ਲੈ ਕੇ ਆਇਆ ਤੇ ਆਪਣੇ ਘਰ ਕੇਵਲ ਟਕਮਾਂਜ ਬਣਾ ਕੇ ਰੱਖਿਆ ਕਿ ਮੈਂ ਜੱਗ ਕੀਤਾ, ਜਦੋਂ ਇਹ ਵਸਤ ਦਾਨ ਕਰੇਗਾ ਨਾ, ਜਿਨ੍ਹਾਂ ਜਿਨ੍ਹਾਂ ਨੇ ਖਾਧੀ ਉਹ ਤੇ ਆਪਣੇ ਆਪਣੇ ਕਰਮ ਨੇ,
ਪਰ ਇਹਨਾਂ ਦੇ ਕੀਤੇ ਦਾਨ ਦਾ ਜਦੋਂ ਫਲ ਮਿਲਣਾ ਆ ਨਾ, ਤੇ ਪਰਮੇਸ਼ਰ ਦੀ ਦਰਗਾਹ ਵਿੱਚ ਉਹ ਵਸਤੂ ਪਛਾਣੀ ਜਾਣੀ ਆ ਵੀ ਇਹ ਕਿਹਦੇ ਕਰਦੀ ਆ। ਜਿਹੜੀ ਵਸਤੂ ਕਿਸੇ ਦੂਸਰੇ ਦੇ ਘਰੋਂ ਚੋਰੀ ਕਰਕੇ, ਭਾਵੇਂ ਪੈਸੇ ਚੋਰੀ ਕਰਕੇ ਲਿਆਂਦੇ, ਉਹਨਾਂ ਦੇ ਪਦਾਰਥ ਖਰੀਦੇ ਤੇ ਦਾਨ ਕੀਤਾ, ਕਹਿਣ ਲੱਗੇ ਉਹ ਵਸਤੂ ਪਛਾਣੀ ਜਾਣੀ ਆ ਵੀ ਕਿਹੜੇ ਕਰਦੀ ਆ। ਤੇ ਜਿਹੜੇ ਘਰੋਂ ਚੋਰੀ ਕਰਕੇ ਲਿਆਣ ਕੇ ਤੂੰ ਵਰਤੀ ਹੈ ਨਾ, ਇਹ ਸਾਰੇ ਦਾ ਸਾਰਾ ਇਵਜਾਨਾ ਲੇਖਾ ਉਹਦੇ ਪਿਤਰਾਂ ਦੇ ਖੇਤੇ ਪੈ ਜਾਣਾ। ਜੇ ਮੁਹਾਖਾ ਘਰ ਮੁਹੈ ਕਰਮੇ ਪਿਤਰੀ ਦੇ, ਅੱਗੇ ਵਸਤ ਸੰਜਾਣੀਆਂ ਪਿਤਰੀ ਚੋਰ ਕਰੇ। ਇਹ ਤੇਰੇ ਕੀਤੇ ਜੱਗ ਵਾਲੇ ਸਾਧਨਾਂ ਦਾ ਇਵਜਾਨਾ ਉਸ ਘਰ ਦੇ ਪਿਤਰਾਂ ਦੇ ਖਾਨੇ ਪੈ ਜਾਣਾ, ਜਿਹੜੇ ਘਰੋਂ ਤੂੰ ਚੋਰੀ ਕਰਕੇ ਲਿਆਂਦਾ ਵਾ। ਤੇ ਇੱਥੇ ਬਸ ਨਹੀਂ ਹੋਣਾ, ਇੱਥੇ ਮੁੱਕਣੀ ਨਹੀਂ ਉਹ ਖੇਡ। ਜਿਹੜੇ ਆਪਣੇ ਵੱਡ ਵਡੇਰਿਆਂ ਨੂੰ ਯਾਦ ਕਰਦਾ ਹੋਇਆ ਤੂੰ ਆਪਣੇ ਪਿਤਰਾਂ ਦੇ ਨਾਂ ਦਾ ਸ਼ਰਾਧ ਕੀਤਾ ਜਾਂ ਦਾਨ ਪੁੰਨ ਕੀਤਾ ਨਾ, ਉੱਥੇ ਫਿਰ ਤੇਰੇ ਉਹਨਾਂ ਪਿਤਰਾਂ ਨੂੰ ਨਰਕਾਂ ਚੋਂ ਕੱਢ ਕੇ ਉੱਥੇ ਚੋਰ ਬਣਾਇਆ ਜਾਣਾ ਵੀ ਤੂੰ ਹੀ ਚੋਰ ਆ, ਤੁਹਾਡੇ ਨਾਂ ਦਾ ਚੋਰੀ ਦਾ ਪਦਾਰਥ ਇੱਥੇ ਲੱਗਾ ਆ। ਉਹ ਪਿਤਰੀ ਚੋਰ ਕਰੇ, ਉਹ ਤੇਰੇ ਪਿੱਤਰ ਵੀ ਉੱਥੇ ਚੋਰ ਬਣ ਜਾਣਗੇ, ਉਹਨਾਂ ਉੱਤੇ ਚੋਰੀ ਦਾ ਇਲਜ਼ਾਮ ਲੱਗਣਾ ਉਹਨਾਂ ਤੇ ਫਿਰ ਇੱਥੇ ਆਣ ਕੇ ਫਿਰ ਇੱਕ ਗੱਲ ਕਹਿੰਦਾ ਮੈਂ ਥੋੜਾ ਕੀਤਾ, ਮੈਨੂੰ ਤੇ ਫਲਾਣੇ ਨੇ ਕਿਹਾ ਸੀ, ਮੈਨੂੰ ਤੇ ਕਿਸੇ ਧਾਰਮਿਕ ਬੰਦੇ ਨੇ ਗਾਈਡ ਕੀਤਾ ਵੀ ਇਦਾਂ ਕਰ ਲਾ। ਫਿਰ ਕਹਿੰਦੇ ਵੱਢੀਏ ਹੱਥ ਦਲਾਲ ਕੇ। ਜਿਹੜਾ ਮੇਰੇ ਵਰਗਾ ਉਹ ਧਰਮੀ ਆ ਨਾ, ਇਹੋ ਜਿਹੀਆਂ ਸਲਾਹਾਂ ਦਿੰਦਾ, ਕਹਿਣ ਲੱਗਾ ਫਿਰ ਉਹ ਦਲਾਲੀ ਕਰਨ ਵਾਲੇ ਦਲਾਲ ਦੇ ਹੱਥ ਵੀ ਵੱਢੇ ਜਾਣੇ ਆ ਪਰਮਾਤਮਾ ਦੀ ਦਰਗਾਹ ਵਿੱਚ। ਜਿਹੜਾ ਇਹੋ ਜਿਹੇ ਪੁੱਠੀਆਂ ਸਲਾਹਾਂ ਦੇ ਕਰਕੇ ਬੰਦੇ ਨੂੰ ਕਹਿੰਦਾ ਨਾ ਵੀ ਜੋ ਮਰਜ਼ੀ ਪਾਪ ਕਰ, ਜੋ ਮਰਜ਼ੀ ਚੋਰੀਆਂ ਡਾਕੇ ਮਾਰ, ਲਿਆਣ ਕੇ ਜੱਗ ਲਾ ਦੇ, ਸਫਲ ਹੋ ਜਾਏਗਾ। ਮਹਾਰਾਜ ਕਹਿੰਦੇ ਜਿਹਨੇ ਇਹ ਸਲਾਹਾਂ ਦੇ ਕੇ ਇਸ ਤਰ੍ਹਾਂ ਦੀ ਗੱਲ ਕਰਨਾ ਚਾਹੀ ਹੈ ਜਾਂ ਕਰਵਾਈ ਹੈ, ਵੱਢੀਏ ਇਹ ਹੱਥ ਦਲਾਲ ਕੇ। ਉਸ ਦਲਾਲੀ ਕਰਨ ਵਾਲੇ ਦਲਾਲ ਦੇ ਹੱਥ ਵੀ ਦਰਗਾਹ ਵਿੱਚ ਵੱਢੇ ਜਾਣੇ ਆ। ਮੁਸਫੀ ਇਹ ਕਰੇ, ਕਹਿਣ ਲੱਗੇ ਪਿਆਰਿਆ ਤੇਰੀ ਕੀਤੀ ਜਾਰੀ ਚੋਰੀ ਦਾ ਇਹ ਫਲ ਮਿਲਣਾ ਹੈ। ਇਸ ਕਰਕੇ ਮਤਾਂ ਸੋਚੀ ਵੀ ਤੂੰ ਦੁਨੀਆ ਨਾਲ ਧੋਖੇ ਕਰਕੇ ਤੇ ਆਪਣੇ ਪਿਤਰਾਂ ਦੇ ਨਾਂ ਤੇ ਜੱਗ ਲਾ ਕਰਕੇ ਉਹਨਾਂ ਨੂੰ ਸਫਲ ਕਰ ਦੇਗਾ। ਨਹੀਂ, ਉਹ ਨਹੀਂ, ਉਹ ਸਫਲ ਹੋਣੇ, ਉਹ ਪਛਾਣੇ ਜਾਣੇ ਆ। ਉੱਥੇ ਉਹ ਸਾਰਾ ਕੁਝ ਪਛਾਣ ਹੋ ਜਾਣੀ ਹੈ, ਕਿਉਂਕਿ ਉੱਥੇ ਸੱਚੇ ਹੀ ਸੱਜ ਨਿਬੜਾ ਹੈ। ਚੁਣ ਵੱਖ ਕੱਢੇ ਜਜਮਾਲਿਆ, ਉੱਥੇ ਝੂਠ ਨਹੀਂ ਚੱਲਣਾ, ਉੱਥੇ ਦਲਾਲੀ ਨਹੀਂ ਚੱਲਣੀ, ਉੱਥੇ ਵਕੀਲੀ ਨਹੀਂ ਚੱਲਣੀ, ਉੱਥੇ ਤੇ ਸੱਚ ਦਾ ਨਿਸਤਾਰਾ ਹੋਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਲਿਆ ਉਸ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਾ ਕੋ ਆਏ ਸੋਈ ਵਿਹਾਜਾ ਹੋ। ਜਿਹੜੇ ਕੰਮ ਦਾ ਸੌਦਾ ਖਰੀਦਣ ਇਸ ਮਨੁੱਖ ਜ਼ਿੰਦਗੀ ਵਿੱਚ ਆਇਆ ਵਾ ਨਾ, ਉਹੋ ਹੀ ਖਰੀਦ, ਉਹਨੂੰ ਹੀ ਵਿਹਾਜ। ਫਿਰ ਕੀ ਹੋਏਗਾ? ਕਹਿਣ ਲੱਗੇ ਹਰ ਗੁਰ ਤੇ ਮਨਹਿ ਬਸੇਰਾ। ਤੇ ਪਰਮੇਸ਼ਰ ਦੇ ਨਾਮ ਦਾ ਧਨ, ਨਾਮ ਦਾ ਸੌਦਾ ਗੁਰੂ ਪ੍ਰਮਾਤਮਾ ਦੀ ਕਿਰਪਾ ਨਾਲ ਤੇਰੇ ਮਨ ਵਿੱਚ ਵਸਣਾ ਹੈ। ਗੁਰੂ ਦੀ ਕਿਰਪਾ ਨਾਲ, ਮਤਾਂ ਕਿਤੇ ਆਪਣੇ ਆਪ ਦੇ ਵਿੱਚ ਦਮਗਜੇ ਮਾਰਦਾ ਫਿਰੇ ਵੀ ਮੈਂ ਨਾਮ ਜਪ ਲਿਆ, ਮੈਂ ਮਨ ਨੂੰ ਵਸਾ ਲਿਆ। ਨਹੀਂ, ਇਸ ਤਰ੍ਹਾਂ ਨਹੀਂ ਹੋਣਾ। ਗੁਰੂ ਦੀ ਕਿਰਪਾ ਹੋਊਗੀ ਤਾਂ ਇਹ ਮਨ ਦੇ ਵਿੱਚ ਵਸਣਾ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ। ਫਿਰ ਨਿਜ ਘਰ, ਆਪਣਾ ਘਰ। ਆਪਣਾ ਘਰ ਕਿਹੜਾ ਜੀ? ਜਿਹੜਾ ਆਹ ਦੁਨੀਆ ਦਾ ਲੱਕੜਾਂ ਦਾ ਬਣਾਇਆ ਜਾਂ ਪੱਥਰ ਦਾ ਜਾਂ ਇੱਟਾਂ ਦਾ ਸੀਮਟਾਂ ਦਾ ਬਣਾਇਆ, ਇਹ ਸਾਡਾ ਘਰ ਨਹੀਂ ਆ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਜਿੱਥੇ ਜਾ ਕੇ ਸਦਾ ਰਹਿਣਾ ਆ ਉਹਦਾ ਫਿਕਰ ਹੀ ਨਹੀਂ, ਉਹਦੀ ਚਿੰਤਾ ਹੀ ਨਹੀਂ। ਇਸ ਕਰਕੇ ਜਿਹੜਾ ਨਿਜ ਘਰ ਪਰਮੇਸ਼ਰ ਦੀ ਪ੍ਰਾਪਤੀ, ਉਹਦੇ ਮਹਿਲ ਸਰੂਪ ਵਿੱਚ ਤੇਰੀ ਭੇਦਤਾ, ਉਸ ਘਰ ਦੇ ਵਿੱਚ ਜਾ ਕਰਕੇ ਤੂੰ ਬੜੇ ਸੁੱਖ ਨੂੰ ਪ੍ਰਾਪਤ ਕਰੇਗਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ। ਸਹਿਜ ਸੁਖ ਦੇ ਅਵਸਥਾ ਵਿੱਚ ਉਹ ਘਰ ਨੂੰ ਪ੍ਰਾਪਤ ਕਰ ਲਏਗਾ। ਤੇ ਫਿਰ ਨਾਲ ਸ਼ਰਤੀਆ ਹੈ, ਬਹੁਰ ਨਾ ਹੋਏਗੋ ਫੇਰਾ। ਬਹੁਰ ਮੀਨ ਦੁਬਾਰਾ, ਫੇਰ ਮੁੜ ਕੇ ਤੈਨੂੰ ਦੁਨੀਆ ਤੇ ਜੰਮ ਕੇ ਆਉਣਾ, ਮਰ ਕੇ ਜਾਣਾ। ਇਹ ਦੁਬਾਰਾ ਫੇਰੇ ਨਹੀਂ ਪੈਣਗੇ, ਗੇੜੇ ਨਹੀਂ ਵੱਜਣਗੇ। ਬਾਣੀ ਦੀਆਂ ਪੰਕਤੀਆਂ ਆਪਾਂ ਪੜ੍ਹਦੇ ਹੋਵਾਂਗੇ, ਕੀਰਤਨ ਵਿੱਚ ਸੁਣੀਆਂ ਹੋਣਗੀਆਂ। ਬਹੁਰ ਹਮ ਕਾਹੇ ਆਵਹਿੰਗੇ, ਆਵਨ ਜਾਣਾ ਹੁਕਮ ਤਿਸੈ ਕਾ, ਹੁਕਮ ਮੈਂ ਬੁੱਝ ਸਮਾਵਹਿੰਗੇ। ਵਾਰ-ਵਾਰ ਨਹੀਂ ਆਉਣਾ ਪਏਗਾ ਮੁੜ ਕੇ ਇਸ ਦੁਨੀਆਦਾਰੀ ਦੇ ਗੇੜ ਵਿੱਚ। ਸਮਾਪਤੀ ਦੀਆਂ ਪੰਕਤੀਆਂ ਨੇ ਸਾਧ ਸੰਗਤ ਜੀ, ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਇਸ ਪ੍ਰਕਾਰ ਕਹਿੰਦੇ ਆਖਰ ਦੇ ਉੱਤੇ ਬੇਨਤੀ ਕਰ, ਇਹ ਮੇਰੇ ਪ੍ਰਮਾਤਮਾ ਜੀ ਤੁਸੀਂ ਸਾਡੇ ਅੰਦਰ ਦੀਆਂ ਜਾਣਨ ਵਾਲੇ ਹੋ। ਮੈਂ ਤੁਹਾਡੇ ਕੋਲ ਬਹੁਤ ਕੁਝ ਕਿਹਾ, ਮੈਂ ਬਹੁਤ ਕੁਝ ਤੁਹਾਨੂੰ ਫੋਕਸ ਕਰਕੇ ਅੱਖਰ ਵਰਤੇ, ਪਰ ਮੇਰੇ ਅੰਦਰ ਕੀ ਵਰਤ ਰਿਹਾ ਵਾ ਇਹ ਮੇਰਾ ਗੁਰੂ ਜਾਣਦਾ। ਮੇਰੇ ਅੰਦਰ ਦੀ ਗੱਲ ਕਿਤੇ ਗੁਰੂ ਕੋਲੋਂ ਲੁਕੀ ਹੋਈ ਨਹੀਂ ਆ। ਜੇ ਅਸੀਂ ਦਾਨ ਕਰਦੇ ਹਾਂ, ਸਾਡੇ ਦਾਨ ਦੇ ਇਵਜ ਵਿੱਚ ਪਿਤਰਾਂ ਨੂੰ ਵੀ ਪਛਾਣ ਲੈਂਦਾ ਆ ਕਿ ਪਿੱਤਰ ਝੂਠੇ ਨੇ ਕਿ ਸੱਚੇ ਨੇ, ਜਾਂ ਉਹਨਾਂ ਪਿਤਰਾਂ ਦੇ ਨਾਂ ਤੇ ਦਾਨ ਕਰਨ ਵਾਲਾ ਸੱਚਾ ਕਿ ਝੂਠਾ ਆ। ਫਿਰ ਮੇਰੇ ਅੰਦਰ ਦੀਆਂ ਵੀ ਉਹ ਜਾਣਦਾ ਆ। ਜਦੋਂ ਅੰਤਰਜਾਮੀ ਅੱਖਰ ਵਰਤਦੇ ਆ ਨਾ ਬਾਣੀ ਵਿੱਚੋਂ, ਜਿੱਥੇ ਵੀ ਆਉਂਦਾ ਹੈ
ਉਹਦਾ ਮਤਲਬ ਹੈ ਤੁਹਾਡੇ ਅੰਦਰ ਪੈਦਾ ਹੋਣ ਵਾਲੇ ਫੁਰਨਿਆਂ ਨੂੰ ਵੀ ਉਹ ਜਾਣਦਾ ਆ, ਉਹ ਸੰਕਲਪਾਂ ਨੂੰ ਵੀ ਜਾਣਦਾ ਆ। ਭਾਵੇਂ ਕਿ ਕਈ ਵਾਰੀ ਐਸਾ ਨਹੀਂ ਹੁੰਦਾ ਵੀ 1 ਮਿੰਟ ਵਾਸਤੇ 1 ਸੈਕਿੰਡ ਵਾਸਤੇ ਕੋਈ ਫੁਰਨਾ ਆਉਂਦਾ, ਭੈੜਾ ਹੀ ਆਉਂਦਾ ਹੋਵੇ, ਪਰ ਅਗਲੇ ਹਿੱਸੇ ਨਹੀਂ ਬੰਦਾ ਥੋੜੀ ਜਿਹੀ ਜਿੱਦ ਵੀ ਕਰ ਸਕਦਾ ਉਹਦੇ ਨਾਲ ਵੀ ਨਹੀਂ ਛੱਡ, ਇਹ ਨਹੀਂ ਮੈਂ ਕੰਮ ਕਰਨਾ, ਛੱਡ ਵੀ ਦਵੇ ਭਾਵੇਂ ਉਹਨੂੰ। ਪਰ ਜਿੰਨੀ ਦੇਰ ਤੱਕ ਤੇਰੇ ਮਨ ਦੇ ਸੰਕਲਪ ਵਿੱਚ ਆਇਆ ਨਾ, ਉਹਦਾ ਫਲ ਭੋਗਣਾ ਪੈਣਾ, ਉਹਨੇ ਸਮੇਂ ਦਾ ਫਲ ਦੇਣਾ ਪੈਣਾ, ਲੇਖਾ ਦੇਣਾ ਪੈਣਾ। ਇਸ ਕਰਕੇ ਉਹ ਪ੍ਰਮਾਤਮਾ ਅੰਦਰ ਦੀਆਂ ਜਾਣਦਾ ਆ। ਇਹ ਗੱਲ ਨੂੰ ਅਨੁਭਵ ਕਰਕੇ ਜੀ ਗੁਰਸਿੱਖਾ, ਇਸ ਗੱਲ ਨੂੰ ਮੇਰੇ ਤੇਰੇ ਬੋਲੇ ਹੋਏ ਅੱਖਰਾਂ ਤੇ ਨਾ ਡਿਪੈਂਡ ਕਰੀ, ਆਪਣੇ ਆਪ ਦੇ ਅੰਦਰ ਅਨੁਭਵ ਕਰਕੇ ਵੇਖ ਵੀ ਉਹ ਪ੍ਰਮਾਤਮਾ ਮੇਰੇ ਅੰਦਰ ਦੀਆਂ ਸੋਚਾਂ ਨੂੰ, ਸੋਚਣੀਆਂ ਨੂੰ, ਚਿਤਵਣੀਆਂ ਨੂੰ, ਸੰਕਲਪਾਂ ਨੂੰ, ਵਿਕਲਪਾਂ ਨੂੰ, ਮਨ ਦਿਆਂ ਫੁਰਨਿਆਂ ਨੂੰ, ਸਭ ਕਾਸੇ ਨੂੰ ਉਹ ਜਾਣਦਾ ਆ। ਅੰਤਰਜਾਮੀ। ਫਿਰ ਪੁਰਖ। ਪੁਰਖ ਦਾ ਅਰਥ ਤੇ ਆਪਾਂ ਸੌਖਾ ਕਹਿ ਲਈਏ ਵੀ ਆਦਮੀ, ਤੇ ਬਾਣੀ ਵਿੱਚ ਪੁਰਖ ਕੇਵਲ ਆਦਮੀ ਦਾ ਸਰੂਪ ਪਰਮੇਸ਼ਰ ਨੂੰ ਕਿਹਾ ਆ। ਬਾਕੀ ਤੇ ਜਗ ਮੈਂ ਏਕ ਪੁਰਖ ਆ, ਹੋਰ ਸਗਲੀ ਨਾਰ ਸਬਾਈ। ਭਾਵੇਂ ਅਸੀਂ ਮਨੁੱਖਵਾ ਜਾਤੀ ਸਮਝਦੇ ਹਾਂ, ਪਰ ਪਰਮੇਸ਼ਰ ਦੀ ਨਿਗਾਹ ਵਿੱਚ ਸਾਰੇ ਇਸਤਰੀ ਰੂਪ ਹੀ ਨੇ। ਤੇ ਇਹਦੇ ਅਖਰੀ ਅਰਥ ਕਰਨੇ ਹੋਣ ਤੇ ਬੰਦਾ ਪੂ ਰੱਖ, ਪੂ ਨਾਮੀ ਨਰਕਾਂ ਤੋਂ ਰੱਖਿਆ ਕਰਨ ਵਾਲਾ, ਉਹ ਪੁਰਖ ਰੂਪ ਪਰਮੇਸ਼ਰ। ਵਿਧਾਤੇ। ਵਿਧਾਤੇ ਦਾ ਅਰਥ ਆ ਫਲ ਬਰਦਾਤਾ, ਭਾਵ ਕਿ ਜਿਹੋ ਜਿਹੇ ਅਸੀਂ ਕਰਮ ਕਮਾਏ ਉਹ ਕੀਤੇ ਕਰਮਾਂ ਦਾ ਫਲ ਦੇਣ ਵਾਲਾ, ਉਹਨੂੰ ਕਹਿੰਦੇ ਵਿਧਾਤਾ। ਇਸ ਕਰਕੇ ਮੇਰੇ ਮਾਲਕ ਤੂੰ ਅੰਤਰਜਾਮੀ ਆ, ਤੂੰ ਪੁਰਖ ਰੂਪ ਆ, ਤੂੰ ਵਿਧਾਤਾ ਰੂਪ ਆ, ਕਿਰਪਾ ਕਰ ਸ਼ਰਧਾ ਮਨ ਕੀ ਪੂਰੇ। ਇਹ ਸੱਚੇ ਪਾਤਸ਼ਾਹ ਮੇਰੇ ਮਨ ਵਿੱਚ ਇੱਕ ਸ਼ਰਧਾ ਆ, ਮੇਰੇ ਮਨ ਵਿੱਚ ਇੱਕ ਭਾਵਨਾ ਵਾ, ਮੇਰੇ ਮਨ ਵਿੱਚ ਇੱਕ ਇੱਛਾ ਵਾ, ਕਿਰਪਾ ਕਰਕੇ ਮੇਰੀ ਇੱਛਾ ਵੀ ਪੂਰੀ ਕਰ ਦੇ, ਮੇਰੀ ਸ਼ਰਧਾ ਵੀ ਪੂਰੀ ਕਰ ਦੇ। ਕਿਹੜੀ ਇੱਛਾ ਹੈ ਜੀ? ਨਾਨਕ ਦਾਸ ਇਹੀ ਸੁਖ ਮੰਗੈ। ਅਜੇ ਵੀ ਨਹੀਂ ਦੱਸਿਆ ਇੱਛਾ ਕਿਹੜੀ ਆ। ਗੁਰੂ ਨਾਨਕ ਦੇਵ ਸਾਹਿਬ ਦੇ 5ਵੇਂ ਸਰੂਪ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੈਂ ਇਹੋ ਹੀ ਸੁੱਖ ਮੰਗਦਾ ਵਾਂ, ਮੇਰੇ ਵਾਸਤੇ ਇਹੋ ਹੀ ਸੁੱਖ ਦੀ ਮੰਗ ਆ। ਮਹਾਰਾਜ ਮੇਰੀ ਇਹੋ ਹੀ ਸ਼ਰਧਾ ਵਾ, ਇਹ ਪੂਰੀ ਕਰ ਦਿਓ। ਕਿਹੜੀ ਜੀ? ਕਰ ਸੰਤਨ ਕੀ ਧੂਰੇ। ਮੈਨੂੰ ਆਪਣੇ ਉਹਨਾਂ ਨਾਮ ਰਸੀਏ ਸੰਤ ਸਾਧੂਆਂ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਬਣਾ ਲਾ, ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਬਖਸ਼ ਦੇ, ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਵਿੱਚ ਨੀਵੇਂ ਹੋ ਕੇ ਜੀਣ ਦੀ ਜਾਚ ਦੱਸ ਦੇ। ਮੈਂ ਨਿਮਰਤਾ ਦੇ ਸਹਿਤ ਰੱਬ ਦੇ ਪਿਆਰਿਆਂ ਅਥਵਾ ਤੁਹਾਡੇ ਵਰਗੀ ਸਾਧ ਸੰਗਤ ਦੇ ਚਰਨਾਂ ਦੀ ਧੂੜ ਵਿੱਚ ਜੀਣ ਜੋਗਾ ਬਣ ਜਾ। ਇਹ ਕਿਰਪਾ ਕਰਕੇ ਮੈਨੂੰ ਮੇਰੀ ਸ਼ਰਧਾ ਪੂਰੀ ਕਰਕੇ ਮੇਰੀ ਇਹ ਆਸ ਪੂਰੀ ਕਰ ਦੇ। ਐਸੇ ਅੰਮ੍ਰਿਤ ਰੂਪ ਇਹਨਾਂ ਬਚਨਾਂ ਨੂੰ ਜਦੋਂ ਹੋਰ ਵਿਆਖਿਆ ਸਾਖੀਆਂ ਸਹਿਤ ਸਰਵਣ ਕਰਨ ਦਾ ਯਤਨ ਕਰਾਂਗੇ, ਹੋਰ ਸਮਝ ਗੋਚਰੇ ਹੋਣਗੇ। ਬੜੀਆਂ ਸਾਖੀਆਂ ਘਟਨਾਵਾਂ ਇਹਦੇ ਤੇ ਆ ਜਾਂਦੀਆਂ ਹਨ, ਪਰ ਘੜੀ ਦੀ ਸੂਈ ਆਗਿਆ ਨਹੀਂ ਦਿੰਦੀ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਨੂੰ ਵੀ ਆਪਣੇ ਆਪ ਦੇ ਅੰਦਰ ਪੈਦਾ ਹੋਣ ਵਾਲੇ ਮਾਣ ਹੰਕਾਰ ਤੋਂ ਬਚਾ ਕੇ ਆਪਣੇ ਸਤ ਸੰਗੀ ਗੁਰਮੁਖ ਜਨਾਂ ਦੇ ਚਰਨਾਂ ਦੀ ਧੂੜ ਵਿੱਚ ਜਿਉਣਾ ਸਿਖਾ ਦੇ। ਨੀਵੇਂ ਹੋ ਕੇ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕੀਹਾਂ ਮੁਕਤ ਆਗੈ ਸੁਖ ਪਾਵੈ। ਉਹ ਦਾਤ ਉਹ ਵਡਿਆਈ ਸਾਨੂੰ ਵੀ ਬਖਸ਼ ਦੇ। ਇਹ ਅੰਮ੍ਰਿਤ ਰੂਪ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ ਕੇ ਨਿਹਾਲ ਕੀਤਾ ਹੈ। ਵਿਚਾਰ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਪਵਿੱਤਰ ਪਾਵਨ ਅੰਮ੍ਰਿਤ ਰੂਪ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ। ਗੁਰੂ ਸਾਹਿਬ ਜੀ ਦੀ ਕਿਰਪਾਲਤਾ ਨਾਲ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਕਰ ਸਕੀਏ। ਭੁੱਲਾਂ ਗਲਤੀਆਂ ਦੀ ਮੁਆਫੀ ਜੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ